ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ। ਤੇ ਅੱਜ ਜਿਹੜਾ ਇਹ ਸਾਡਾ ਲੈਕਚਰ ਹੈ ਉਹ ਹੈ ਜੀ ਮੈਥ ਦਾ ਲੈਕਚਰ ਦੂਜਾ ETT 6635 ਦੇ ਲਈ ਹੀ। ਤੇ ਅੱਜ ਦੇ ਇਹਦੇ ਵੀਡੀਓ ਦੇ ਵਿੱਚ ਅਸੀਂ ਕੀ ਸਮਝਣਾ ਹੈ ਉਹ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਅਸੀਂ ਕਿਹੜਾ ਟੌਪਿਕ ਜਿਹੜਾ ਹੈ ਇੱਥੇ ਉਹ ਡਿਸਕਸ ਕਰਨ ਲੱਗੇ ਹਾਂ। ਅੱਜ ਅਸੀਂ ਜਿਹੜਾ ਇੱਥੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਟੌਪਿਕ ਦਾ ਨਾਮ ਦੱਸ ਦੇਣਾ ਚਾਹੁੰਦੇ ਹਾਂ। ਟੌਪਿਕ ਦਾ ਨਾਮ ਜੋ ਹੈ ਉਹ ਹੈ ਜੀ ਪੋਲੀਨੋਮੀਅਲ। ਜਿਨ੍ਹਾਂ ਦਾ ਪੰਜਾਬੀ ਮੀਡੀਅਮ ਹੈ ਉਹਨਾਂ ਨੂੰ ਦੱਸ ਦਈਏ ਕਿ ਪੋਲੀਨੋਮੀਅਲ ਨੂੰ ਪੰਜਾਬੀ ਦੇ ਵਿੱਚ ਦੱਸਦੇ ਨੇ ਜੀ ਬਹੁਪਦ ਹੁੰਦਾ ਹੈ। ਸੋ ਬਹੁਪਦ ਦੇ ਉੱਤੇ ਜਿਹੜਾ ਹੈ ਅੱਜ ਦਾ ਆਪਣਾ ਲੈਕਚਰ ਹੈ। ਤੇ ਇੱਥੇ ਮੈਂ ਤੁਹਾਨੂੰ ਸਪੈਸੀਫਿਕ ਜੇਕਰ ਮੈਂ ਦੱਸ ਦਿਆਂ ਤਾਂ ਥਿਊਰੀ ਬੇਸਡ ਜਿਹੜਾ ਇਹ ਲੈਸਨ ਰਹੇਗਾ ਤੇ ਕੁਐਸਚਨਸ ਜਿਹੜੇ ਨੇ ਉਹ ਅਸੀਂ ਇਸ ਦੇ ਪ੍ਰੈਕਟਿਸ ਕਰਾਂਗੇ। ਪਰ ਮੈਂ ਤੁਹਾਨੂੰ ਇੱਥੇ ਨਾਲ ਹੀ ਦੱਸ ਦਿਆਂ ਕਿ ਪੋਲੀਨੋਮੀਅਲ ਬਹੁਪਦ ਦੇ ਉੱਪਰ ਜਦੋਂ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਹਮੇਸ਼ਾ ਕੁਐਸਚਨ ਕਨਸੈਪਟ ਦੇ ਉੱਤੇ ਰਹਿੰਦਾ ਹੈ, ਕਿਉਂਕਿ ਪੋਲੀਨੋਮੀਅਲ ਦੇ ਉੱਪਰ MCQs ਜਿਹੜੇ ਨੇ ਉਹ ਡਾਇਰੈਕਟ ਕਨਸੈਪਟ ਬੇਸਡ ਹੁੰਦੇ ਨੇ। ਬਹੁਤ ਜ਼ਿਆਦਾ ਘੱਟ ਕੁਐਸਚਨਸ ਇੱਦਾਂ ਦੇ ਪਾਏ ਜਾਂਦੇ ਜਿਹੜੇ ਕਿ ਅਲੱਗ ਤਰੀਕੇ ਨਾਲ ਪੁੱਛੇ ਜਾਣ, ਨਹੀਂ ਤਾਂ ਸਾਰੇ ਕੁਐਸਚਨਸ ਪੋਲੀਨੋਮੀਅਲ ਤੇ ਕਨਸੈਪਟ ਦੇ ਬੇਸ 'ਤੇ ਹੀ ਰਹਿੰਦੇ ਨੇ। ਸੋ ਆਓ ਆਪਾਂ ਬਿਨਾਂ ਦੇਰੀ ਕਰਦੇ ਹੋਏ ਆਪਣਾ ਜਿਹੜਾ ਕੰਮ ਸਟਾਰਟ ਕਰਦੇ ਹਾਂ। ਜਿਵੇਂ ਇੱਥੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਹੀ ਧਿਆਨ ਦੇ ਨਾਲ ਸਮਝੋਗੇ। ਤੇ ਆਓ ਆਪਾਂ ਇੱਥੇ ਸਟਾਰਟ ਕਰਦੇ ਹਾਂ। ਆਪਾਂ ਦੇਖੋ ਸਭ ਤੋਂ ਪਹਿਲਾਂ ਕਿ ਪੋਲੀਨੋਮੀਅਲ ਕੀ ਚੀਜ਼ ਹੈ। ਠੀਕ ਹੈ ਜੀ, ਪੋਲੀਨੋਮੀਅਲ ਕੀ ਚੀਜ਼ ਹੈ, ਬਹੁਪਦ ਕੀ ਹੁੰਦੀ ਹੈ। ਬਹੁਪਦ ਉਹ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਛੋਟੇ ਹੁੰਦੇ ਹੀ x = 3 = 4 ਇਹ ਚੀਜ਼ਾਂ ਨੂੰ ਕਦੇ ਨਾ ਕਦੇ ਦੇਖਿਆ ਹੋਏਗਾ। x = 4 ਨੂੰ ਦੇਖਿਆ ਹੋਏਗਾ, ਕੱਲਾ y = 2 ਦੇਖਿਆ ਹੋਏਗਾ, x = 0 ਦੇਖਿਆ ਹੋਏਗਾ। ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਕੀ ਬੋਲਿਆ ਜਾਂਦਾ ਹੈ ਜੀ, ਬਹੁਪਦ ਬੋਲਿਆ ਜਾਂਦਾ ਹੈ। ਯਾਨੀ ਕਿ ਬਹੁਤ ਪਦ ਹੋਣ ਵਾਲੀ ਚੀਜ਼ ਨੂੰ ਬਹੁਪਦ ਕਿਹਾ ਜਾਂਦਾ ਹੈ। ਬਹੁਪਦ ਦੇ ਵਿੱਚ ਇੱਕ ਪਦ ਵੀ ਹੋ ਸਕਦਾ ਹੈ, ਦੋ ਪਦ ਵੀ, ਤਿੰਨ ਵੀ, ਚਾਰ ਵੀ, ਪੰਜ ਵੀ। ਜਿਵੇਂ ਇਸ ਰਕਮ ਨੂੰ ਤੁਸੀਂ ਦੇਖੋਗੇ ਪਹਿਲੀ ਨੂੰ, ਇੱਥੇ 1 2 ਔਰ 3 ਪਦ ਨੇ, ਇੱਥੇ 2 ਪਦ ਨੇ। ਪਦ ਮਾਨੇ ਟਰਮਸ ਕਿੰਨੀਆਂ ਨੇ। ਸੋ ਇਸ ਚੀਜ਼ ਨੂੰ ਬੇਸਿਕਲੀ ਉਹ ਪਹਿਲਾਂ ਪੋਲੀਨੋਮੀਅਲ ਕਹਿੰਦੇ ਨੇ। ਦੂਜੀ ਚੀਜ਼ ਹੋਰ ਪੋਲੀਨੋਮੀਅਲ ਦੇ ਵਿੱਚ ਕੀ ਹੁੰਦੀ ਹੈ ਕਿ ਪੋਲੀਨੋਮੀਅਲ ਦੀ ਜਿਹੜੀ ਘਾਤ ਹੈ, ਘਾਤ ਤੁਹਾਨੂੰ ਇੱਥੇ ਸਮਝ ਅਗਰ ਨਹੀਂ ਪਤਾ ਘਾਤ ਕੀ ਹੁੰਦੀ ਹੈ, ਸੋ ਜਿਵੇਂ 2 ਦੇ ਉੱਪਰ 2 ਲਿਖ ਲਿੱਤਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ 2 ਦੀ ਘਾਤ 2 ਹੈ। ਜੇ ਮੰਨ ਲਓ 2 ਦੇ ਉੱਪਰ 3 ਲਿਖਿਆ ਹੈ, ਇੱਥੇ ਕੀ ਮੰਨਿਆ ਜਾਏਗਾ ਕਿ 2 ਦੀ ਘਾਤ ਕਿੰਨੀ ਹੋਗੀ 2, ਜਾਂ ਇੱਥੇ ਜਿਵੇਂ ਅਸੀਂ 3 ਲਿਖਿਆ ਤਾਂ 2 ਦੀ ਘਾਤ 3। ਠੀਕ ਹੈ ਜੀ। ਸੋ 2 ਦੀ ਘਾਤ 3 ਹੋਣ ਦਾ ਮਤਲਬ ਐਵੇਂ ਹੁੰਦਾ ਕਿ ਜਦੋਂ ਵੀ ਕਿਤੇ ਇੱਦਾਂ ਲਿਖਿਆ ਮਿਲੇ ਇਸ ਨੂੰ ਬੋਲਿਆ ਜਾਂਦਾ ਕਿ ਘਾਤ ਹੈ ਉਸਦੀ। ਠੀਕ ਹੈ ਜੀ। ਹੁਣ ਗੱਲ ਆ ਗਈ ਕਿ ਪੋਲੀਨੋਮੀਅਲ ਕੀ ਚੀਜ਼ ਹੈ। ਮੈਂ ਇੱਥੇ ਫਿਰ ਤੁਹਾਨੂੰ ਦੁਬਾਰਾ ਚੀਜ਼ਾਂ ਸਮਝਾ ਦਿੰਦਾ ਬੇਸਿਕ ਦੇ ਵਿੱਚ। ਬੇਸਿਕ ਚੀਜ਼ਾਂ ਦਾ ਤੁਸੀਂ ਬੜੇ ਹੀ ਧਿਆਨ ਨਾਲ ਸਮਝਣਾ ਹੈ। ਹੁਣ ਅਸੀਂ ਜੇਕਰ ਮੇਨ ਗੱਲ ਦੇ ਉੱਪਰ ਆਈਏ ਤਾਂ ਮੇਨ ਚੀਜ਼ ਕੀ ਹੋਏਗੀ ਬਹੁਪਦ ਦੀ। ਫਿਰ ਅਸੀਂ ਪਰਿਭਾਸ਼ਾ ਦੇਖਦੇ ਹਾਂ। ਜਿਵੇਂ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਚੀਜ਼ਾਂ ਲਿਖੀਆਂ ਹੋਈਆਂ ਦੇਖੀਆਂ ਹੋਣਗੀਆਂ ਕਿ ਘਾਤ ਕਈ ਵਾਰ 2 ਵੀ ਆ ਜਾਂਦੀ ਹੈ। x ਦੀ ਘਾਤ 2 - 2x = 2 = 0, ਤਾਂ ਇਹ ਵੀ ਕੀ ਹੈ, ਇੱਕ ਬਹੁਪਦ ਹੋਵੇਗੀ। ਮਤਲਬ ਕਿ ਤੁਸੀਂ ਕੋਈ ਵੀ ਰਕਮ ਦੇਖਦੇ ਹੋ ਉੱਥੇ ਉਸਦੀ ਘਾਤ ਕੁਛ ਲੱਗੀ ਹੋਈ ਹੈ ਜਾਂ ਨਹੀਂ ਲੱਗੀ, x ਦੇ ਵਿੱਚ ਹੈ, y ਦੇ ਵਿੱਚ ਹੈ, ਕੁਝ ਵੀ ਹੋਵੇ, ਉਹ ਹਰ ਇੱਕ ਚੀਜ਼ ਕੀ ਹੁੰਦੀ ਹੈ ਜੀ, ਪੋਲੀਨੋਮੀਅਲ ਹੁੰਦੀ ਹੈ, ਬਹੁਪਦ ਹੁੰਦੀ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਹੈ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕੋਈ ਵੀ x ਦੀ ਘਾਤ, y ਦੀ ਘਾਤ, ਕਿਤੇ ਵੀ z ਲਿਖਿਆ ਮਿਲ ਜੇ, ਅਗਰ ਇਸ ਦੀ ਘਾਤ ਕੋਈ ਨੰਬਰ ਯਾਨੀ ਕਿ 0 1 2 3 4 -1 -2 -3 ਕੁਛ ਵੀ ਲਿਖਿਆ ਮਿਲ ਜਾਏ, ਉਹ ਸਾਰੀਆਂ ਪੋਲੀਨੋਮੀਅਲ ਹੀ ਹੁੰਦੀਆਂ ਨੇ, ਬਹੁਪਦ ਹੀ ਹੁੰਦੀਆਂ ਨੇ। ਪਰ ਜੇਕਰ ਕਿਸੇ ਵੀ ਨੰਬਰ ਦੀ ਘਾਤ ਤੁਹਾਨੂੰ ਇਸ ਤਰੀਕੇ ਨਾਲ ਬਟੇ ਵਿੱਚ ਲਿਖੀ ਹੋਈ ਮਿਲ ਜਾਏ, ਜਿਵੇਂ x ਦੀ ਘਾਤ 4/2 ਹੋਵੇ ਤਾਂ ਇਸ ਨੂੰ ਅਸੀਂ x ਦੀ ਘਾਤ 2 ਲਿਖ ਸਕਦੇ ਹਾਂ, ਇਸ ਨੂੰ ਕੱਟ ਕੇ, ਤਾਂ ਇਹ ਬਹੁਪਦ ਹੋਏਗੀ। ਪਰ x ਦੀ ਘਾਤ 3/2 ਹੀ ਜੇਕਰ ਹੋਵੇ ਸਾਡੇ ਕੋਲ, ਤੇ ਇਹ ਬਣ ਜਾਏਗਾ x ਦੀ ਘਾਤ 1.5। ਸੋ ਇਸ ਨੂੰ ਤੁਸੀਂ ਬਹੁਪਦ ਨਹੀਂ ਕਹਿ ਸਕਦੇ। ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ ਕਿ ਘਾਤ ਜਿਹੜੀ ਹੈ ਪੂਰੀ ਕੋਈ ਨਾ ਕੋਈ ਨੰਬਰ ਹੋਣਾ ਚਾਹੀਦਾ ਹੈ, ਅਦਰਵਾਈਜ਼ ਉਸ ਨੂੰ ਤੁਸੀਂ ਬਹੁਪਦ ਨਹੀਂ ਕਹਿਣਾ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਪੋਲੀਨੋਮੀਅਲ ਜਿਹੜੀ ਚੀਜ਼ ਉਹ ਸਮਝ ਆ ਗਈ ਹੋਏਗੀ। ਜ਼ਿਆਦਾਤਰ ਪੇਪਰ ਦੇ ਵਿੱਚ ਕੁਐਸਚਨਸ ਨੇ ਉਹ ਕਈ ਵਾਰ ਇਹੀ ਪੁੱਛ ਲਏ ਜਾਂਦੇ ਨੇ ਕਿ ਪੋਲੀਨੋਮੀਅਲ ਹੈ ਜਾਂ ਨਹੀਂ ਹੈ। ਸੋ ਇਸ ਦੇ ਉੱਪਰ ਰਹਿਣਾ ਹੈ। ਦੂਸਰੀ ਚੀਜ਼ ਜਿਹੜੀ ਕੋਈ ਵੀ ਕਨਸੈਪਟ ਤੁਹਾਨੂੰ ਪੁੱਛ ਲਿਆ ਜਾਂਦਾ ਤਾਂ ਉਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਜੀ ਕੋਈ ਵੀ ਤੁਹਾਨੂੰ ਪੋਲੀਨੋਮੀਅਲ ਦੇ ਕੇ, ਕੋਈ ਵੀ ਇਕੁਏਸ਼ਨ ਦੇ ਕੇ, ਇਕੁਏਸ਼ਨ ਤੋਂ ਭਾਵ ਹੈ ਕਿ ਕੋਈ ਵੀ ਤੁਹਾਨੂੰ ਸਮੀਕਰਨ ਦੇ ਕੇ ਪੁੱਛ ਲਿਆ ਜਾਏ ਕਿ ਇਸ ਦੇ ਵਿੱਚ ਚੱਲ ਸੰਖਿਆ ਅਤੇ ਅਚਲ ਸੰਖਿਆ ਦੱਸੀ ਜਾਏ, ਸੋ ਉਸ ਨੂੰ ਤੁਸੀਂ ਦੇਖਣਾ ਹੈ। ਚੱਲ ਨੂੰ ਇੰਗਲਿਸ਼ ਦੇ ਵਿੱਚ ਵੇਰੀਏਬਲ ਬੋਲਿਆ ਜਾਂਦਾ ਹੈ ਅਤੇ ਅਚਲ ਨੂੰ ਕੌਨਸਟੈਂਟ ਬੋਲਿਆ ਜਾਂਦਾ ਹੈ। ਚੱਲ ਦਾ ਮਤਲਬ ਹੈ ਕਿ ਜਿਹੜੀ ਚੀਜ਼ ਚਲਾਈ ਜਾ ਸਕਦੀ ਹੈ। ਜਿਵੇਂ
ਮੰਨ ਲਓ ਤੁਹਾਡੇ ਅੱਗੇ ਇੱਕ ਸਮੀਕਰਨ ਰੱਖ ਦਿੱਤੀ x ਜਮਾ 3। ਹੁਣ ਤੁਹਾਡੀ ਇੱਥੇ ਖੁਦ ਦੀ ਮਰਜ਼ੀ ਹੈ, x ਜਮਾ 3 ਨੂੰ ਅਸੀਂ px ਮੰਨ ਲੈਂਦੇ। p ਦਾ ਮਤਲਬ ਹੈ ਜੀ ਕਿ ਪੋਲੀਨੋਮੀਅਲ ਹੈ, ਯਾਨੀ ਕਿ ਸਮੀਕਰਨ ਹੈ, ਤੇ x ਦਾ ਮਤਲਬ ਹੈ ਕਿ ਸਮੀਕਰਨ x ਦੇ ਵਿੱਚ ਹੈ। ਜੇ ਮੰਨ ਲਓ ਇੱਥੇ ps ਪਾ ਲਿਆ ਜਾਏ ਤਾਂ ਇਹਦਾ ਮਤਲਬ ਹੋਏਗਾ ਕਿ s ਜਮਾ 3, ਯਾਨੀ ਕਿ p ਦਾ ਮਤਲਬ ਹੈ ਕਿ ਇੱਕ ਪੋਲੀਨੋਮੀਅਲ ਹੈ, ਤੇ s ਦਾ ਮਤਲਬ ਹੈ ਕਿ ਉਹ ਸਮੀਕਰਨ s ਦੇ ਵਿੱਚ ਹੈ। ਠੀਕ ਹੈ ਜੀ। ਹੁਣ ਗੱਲ ਆ ਗਈ ਕਿ x ਜਮਾ 3 ਜੇਕਰ ਲਿਖਿਆ ਆ ਗਿਆ ਤਾਂ ਇਹਨਾਂ ਵਿੱਚੋਂ ਚੱਲ ਕੌਣ ਹੈ ਤੇ ਅਚਲ ਕੌਣ ਹੈ। ਜਿਵੇਂ px ਦੇ ਬਰਾਬਰ ਵਿੱਚ ਅਗਰ x ਬਟਾ 3 ਹੋਏ, ਇਸ ਦਾ ਮਤਲਬ ਹੈ ਕਿ 3 ਨੂੰ ਤਾਂ ਤੁਸੀਂ ਚੇਂਜ ਕਰ ਹੀ ਨਹੀਂ ਸਕਦੇ ਕਿਉਂਕਿ 3 ਇੱਕ ਫਿਕਸ ਵੈਲਿਊ ਹੈ, ਪਰ x ਨੂੰ ਤੁਸੀਂ ਆਪਦੀ ਮਰਜ਼ੀ ਨਾਲ ਭਰ ਸਕਦੇ ਹੋ। ਜਿਵੇਂ ਮੰਨ ਲਓ ਤੁਸੀਂ x ਦੀ ਜਗ੍ਹਾ 1 ਭਰੋਗੇ ਤਾਂ ਇਸ ਦਾ ਉੱਤਰ 1 ਜਮਾ 3 4 ਹੋ ਜਾਏਗਾ। ਜੇਕਰ ਤੁਸੀਂ x ਦੀ ਜਗ੍ਹਾ 2 ਭਰੋਗੇ ਤਾਂ ਉਸ ਦਾ ਉੱਤਰ 2 ਜਮਾ 3 ਯਾਨੀ ਕਿ 5 ਹੋ ਜਾਏਗਾ। ਤਾਂ ਕਹਿਣ ਦਾ ਭਾਵ ਇਹ ਕਿ x ਨੂੰ ਤੁਸੀਂ ਚਲਾ ਸਕਦੇ ਹੋ, ਇਸ ਕਰਕੇ ਇਹ ਇੱਕ ਚੱਲ ਸੰਖਿਆ ਹੈ, ਇਸ ਦਾ ਮਤਲਬ ਇਹ ਇੱਕ ਵੇਰੀਏਬਲ ਹੈ। ਅਚਲ ਦਾ ਮਤਲਬ ਹੈ ਜਿਸ ਨੂੰ ਤੁਸੀਂ ਨਹੀਂ ਚਲਾ ਸਕਦੇ, ਯਾਨੀ ਕਿ ਜਿਵੇਂ s ਜਮਾ 3 ਲਿਖਿਆ ਹੈ, ਇਸ ਵਿੱਚ ਤੁਸੀਂ s ਨੂੰ ਤਾਂ ਚਲਾ ਸਕਦੇ ਹੋ ਪਰ 3 ਨੂੰ ਨਹੀਂ ਚਲਾ ਸਕਦੇ। 3 ਹਰ ਵਾਰ ਕੀ ਰਹੇਗਾ, ਫਿਕਸ ਰਹੇਗਾ, ਇਸ ਕਰਕੇ ਇਸ ਨੂੰ ਬੋਲਿਆ ਜਾਂਦਾ ਅਚਲ ਯਾਨੀ ਕਿ ਕੌਨਸਟੈਂਟ। ਇਹ ਫਿਕਸ ਹੈ, ਕੌਨਸਟੈਂਟ ਹੋ ਗਿਆ, ਇਹ ਇਸ ਦਾ ਜੋ ਮਤਲਬ ਹੈ ਉਹ ਕੱਢਿਆ ਜਾਂਦਾ ਹੈ। ਮੈਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਜਿਹੜੀ ਉਹ ਸਮਝ ਲੱਗ ਗਈ ਹੋਏਗੀ। ਠੀਕ ਹੈ ਜੀ। ਸੋ ਹੁਣ ਜਿਵੇਂ ਮੰਨ ਲਓ ਮੈਂ ਤੁਹਾਡੇ ਸਾਹਮਣੇ ਇਸ ਤਰੀਕੇ ਨਾਲ ਕੁਛ ਲਿਖਦੇ ਹਾਂ ਕਿ x ਦੀ ਘਾਤ 2 ਮਾਈਨਸ 3x ਜਮਾ 2 ਬਰਾਬਰ 0, ਇਸ ਤਰੀਕੇ ਨਾਲ ਮੈਂ ਕੁਛ ਲਿਖ ਦਿੱਤਾ ਹੈ। ਇੱਥੇ ਤੁਹਾਨੂੰ ਚੱਲ ਦੱਸਣੇ ਪੈ ਜਾਣ ਤਾਂ ਚੱਲ ਕੌਣ ਹੋਏਗਾ, x, ਅਤੇ ਜੇਕਰ ਅਚਲ ਦੱਸਣਾ ਪੈ ਜਾਏ, ਅਚਲ ਕੌਣ ਹੋਏਗਾ, ਇੱਥੇ ਮਾਈਨਸ ਦੇ ਜਿਹੜੇ 3 ਨੇ ਇਹ ਵੀ ਅਚਲ ਹੈ, ਤੇ ਪਲੱਸ ਦੇ ਜਿਹੜੇ 2 ਨੇ ਇਹ ਵੀ ਕੀ ਹੈ, ਸਾਡੇ ਕੋਲ ਅਚਲ ਸੰਖਿਆ ਹੈ। ਸੋ ਤੁਸੀਂ ਚੱਲ ਅਤੇ ਅਚਲ ਸੰਖਿਆ ਹੁਣ ਦੱਸ ਪਾਓਗੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ। ਠੀਕ ਹੈ ਜੀ, ਚੱਲ ਅਤੇ ਅਚਲ ਸੰਖਿਆ ਦਾ। ਦੂਜੀ ਚੀਜ਼ ਜੇਕਰ ਮੈਂ ਇੱਥੇ ਤੁਹਾਨੂੰ ਸਮਝਾਉਣੀ ਚਾਹਾਂ ਹੋਰ ਇੰਪੋਰਟੈਂਟ, ਜਿਵੇਂ ਇੰਗਲਿਸ਼ ਦੀ ABCD ਤੋਂ ਲੈ ਕੇ ਤੁਸੀਂ ਸਾਰਾ ਲਿਖਦੇ ਰਹਿੰਦੇ ਹੋ, ਅਖੀਰ ਤੇ XYZ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਹੈ, ਤਾਂ ਕੁੱਲ ਇੰਗਲਿਸ਼ ਦੇ 26 ਅੱਖਰ ਹੁੰਦੇ ਨੇ। ਠੀਕ ਹੈ ਜੀ, ਇਹ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਕਿ 26 ਅੱਖਰ ਹੁੰਦੇ ਨੇ, ਪਰ ਜਿਹੜੇ ਪਹਿਲੇ 13 ਅੱਖਰ ਹੁੰਦੇ ਨੇ, ਯਾਨੀ ਕਿ ABC ਤੋਂ ਸ਼ੁਰੂ ਹੋ ਕੇ ਪਹਿਲੇ 13 ਅੱਖਰ ਜੋ ਨੇ ਉਹ ਵਾਲੇ ਅੱਖਰ ਤੁਹਾਡੇ ਕੌਨਸਟੈਂਟ ਲਈ ਵਰਤੇ ਜਾਂਦੇ ਨੇ, ਯਾਨੀ ਕਿ ਅਚਲ ਸੰਖਿਆ ਲਈ ਵਰਤੇ ਜਾਂਦੇ ਨੇ। ਪਰ ਜੇਕਰ ਕਿਸੇ ਰਕਮ ਦੇ ਵਿੱਚ XYZW, ਕਹਿਣ ਦਾ ਭਾਵ ਪਿਛਲੇ 13 ਅੱਖਰ ਯਾਨੀ ਕਿ ਲਾਸਟ 13 ਲੈਟਰਸ ਅਗਰ ਕੋਈ ਵੀ ਯੂਜ਼ ਕਰ ਲਏ ਜਾਣ ਤਾਂ ਉਹ ਵਾਲੇ ਜਿਹੜੇ ਅੱਖਰ ਨੇ ਉਹ ਵੇਰੀਏਬਲ ਦੇ ਲਈ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ ਜੀ। ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀ ਚੀਜ਼ ਜਿਹੜੀ ਸਮਝ ਲੱਗ ਗਈ ਹੋਏਗੀ। ਮੈਂ ਇਸ ਚੀਜ਼ ਨੂੰ ਫਿਰ ਰਿਪੀਟ ਕਰ ਦਿੰਦਾ। ਜਿਵੇਂ ਹੁਣ ਮੰਨ ਲਓ ਮੈਂ ਤੁਹਾਡੇ ਅੱਗੇ ਇਸ ਤਰੀਕੇ ਨਾਲ ਲਿਖ ਦਿੱਤਾ ਹੈ AX ਜਮਾ 3 ਬਰਾਬਰ 0, ਤਾਂ ਹੁਣ ਇੱਥੇ ਤੁਹਾਨੂੰ ਜੇਕਰ ਚੱਲ ਸੰਖਿਆ ਪੁੱਛ ਲਈ ਜਾਏ ਤਾਂ ਚੱਲ ਇੱਥੇ ਕੌਣ ਹੈ, x ਹੈ। ਯਾਨੀ ਕਿ ਤੁਸੀਂ ਇੱਥੇ ਚੱਲ ਦੇ ਵਿੱਚ A ਨੂੰ ਨਹੀਂ ਲਿਖ ਦੇਣਾ, ਕਿਉਂਕਿ A ਜਿਹੜਾ ਹੈ ਉਹ ABCD ਦਾ ਪਹਿਲੇ 13 ਲੈਟਰਸ ਵਿੱਚੋਂ ਹੈ, ਅਤੇ ਪਹਿਲਾ ਹੀ 13 ਲੈਟਰ ਜਿਹੜੇ ਨੇ ਉਹ ਅਚਲ ਲਈ ਵਰਤੇ ਜਾਂਦੇ ਨੇ, ਯਾਨੀ ਕਿ ਕੌਨਸਟੈਂਟ ਲਈ ਵਰਤੇ ਜਾਂਦੇ ਨੇ। ਉਹਨਾਂ ਨੂੰ ਤੁਸੀਂ ਚੱਲ ਸੰਖਿਆ ਨਹੀਂ ਕਹਿਣਾ। ਇਸ ਕਰਕੇ ਇਸ ਦੇ ਵਿੱਚ ਜੇਕਰ ਤੁਹਾਨੂੰ ਅਚਲ ਸੰਖਿਆ ਪੁੱਛੀ ਜਾਵੇ ਤਾਂ ਅਚਲ ਸੰਖਿਆ ਕੌਣ ਹੋਏਗੀ, ਇੱਕ A ਹੋਏਗੀ, ਇੱਕ ਪਲੱਸ ਦੇ 3 ਹੋਣਗੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਕਿ ਮੈਂ ਕੀ ਚੀਜ਼ ਤੁਹਾਨੂੰ ਸਮਝਾਉਣੀ ਚਾਹ ਰਿਹਾ। ਠੀਕ ਹੈ ਜੀ। ਹੁਣ ਗੱਲ ਆ ਗਈ ਜੀ ਡਿਗਰੀ ਆਫ ਅ ਪੋਲੀਨੋਮੀਅਲ, ਯਾਨੀ ਕਿ ਬਹੁਪਦ ਦੀ ਘਾਤ ਕਿਵੇਂ ਦੱਸੀ ਜਾਂਦੀ ਹੈ। ਇਹ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਮੰਨ ਲਓ ਇਹ ਵੀ ਇੱਕ ਬਹੁਪਦ ਹੈ, ਤਾਂ ਇਸ ਬਹੁਪਦ ਦੇ ਵਿੱਚ ਕੀ ਹੁੰਦਾ ਹੈ, ਪਹਿਲੀ ਗੱਲ ਕਿਸੇ ਵੀ ਪੋਲੀਨੋਮੀਅਲ ਦੀ ਡਿਗਰੀ ਕਿਵੇਂ ਚੈੱਕ ਕੀਤੀ ਜਾਂਦੀ ਹੈ। ਤਾਂ ਡਿਗਰੀ ਤੋਂ ਭਾਵ ਹੁੰਦਾ ਕਿ ਚੱਲ ਸੰਖਿਆ, ਯਾਨੀ ਕਿ ਜੋ ਵੇਰੀਏਬਲ ਹੈ ਤੁਹਾਡੇ ਕੋਲ, ਉਸ ਵੇਰੀਏਬਲ ਦੀ ਘਾਤ ਕਿੰਨੀ ਹੈ, ਵੇਰੀਏਬਲ ਦੀ ਘਾਤ ਕਿੰਨੀ ਹੈ, ਪਰ ਹਾਈਐਸਟ ਦੱਸਣੀ ਹੁੰਦੀ ਹੈ। ਕੀ ਦੱਸਣੀ ਹੁੰਦੀ ਹੈ ਜੀ, ਹਾਈਐਸਟ, ਯਾਨੀ ਕਿ ਵੱਧ ਤੋਂ ਵੱਧ। ਕੀ ਦੱਸਣੀ ਹੁੰਦੀ ਹੈ ਜੀ, ਵੱਧ ਤੋਂ ਵੱਧ। ਜਿਵੇਂ ਮੰਨ ਲਓ ਤੁਹਾਡੇ ਕੋਲ ਰਕਮ ਆ ਜਾਏ 3x ਦੀ ਘਾਤ 4 ਮਾਈਨਸ 4x ਦੀ ਘਾਤ 2 ਜਮਾ 3x ਮਾਈਨਸ ਦੇ 5 ਬਰਾਬਰ 0। ਇੱਥੇ ਤੁਸੀਂ ਇਸ ਦੀ ਘਾਤ ਦੱਸਣੀ ਹੋਏ, ਯਾਨੀ ਕਿ ਡਿਗਰੀ ਆਫ ਪੋਲੀਨੋਮੀਅਲ ਦੱਸਣੀ ਹੋਏ, ਤਾਂ ਇੱਥੇ ਡਿਗਰੀ ਆਫ ਪੋਲੀਨੋਮੀਅਲ ਕੀ ਹੋਏਗੀ, 4, ਕਿਉਂਕਿ ਇੱਥੇ ਜੋ ਚੱਲ ਸੰਖਿਆ ਹੈ ਉਹ ਹੈ x, ਅਤੇ x ਦੀ ਸਭ ਤੋਂ ਵੱਡੀ ਘਾਤ ਕਿਸ ਕੋਲ ਹੈ, ਇਸ ਕੋਲ ਹੈ, ਅਤੇ ਉਹ ਘਾਤ ਕਿੰਨੀ ਹੈ, 4, ਤਾਂ ਇਸ ਦੀ ਡਿਗਰੀ ਹੋ ਜਾਏਗੀ 4। ਜੇਕਰ ਮੈਂ ਇਸੇ ਸਮੀਕਰਨ ਦੀ ਗੱਲ ਕਰਾਂ ਤਾਂ ਇੱਥੇ x ਦੇ ਵਿੱਚ ਹੈ ਸਾਰੀ, ਤਾਂ ਚੱਲ ਸੰਖਿਆ x ਹੈ, ਅਤੇ x ਦੀ ਸਭ ਤੋਂ ਵੱਡੀ ਘਾਤ 2 ਹੈ, ਤਾਂ ਇੱਥੇ ਡਿਗਰੀ ਕੀ ਹੋ ਜਾਏਗੀ,
2 हो जाएगी। ठीक है जी। पर जेकर क्वेश्चन इस तरीके का आ जाए x की घात 3/2 माइनस x की घात 2 जमा 5 बराबर 0, तो इत्थे डिग्री जिहड़ी है वो तुसी नोट डिसाइडेड यानी कि नहीं दस सकते। ठीक है जी, मैं उम्मीद करदा इस चीज़ की तुहानूं समझ लग गई होएगी। डिग्री हमेशा काहदे ते डिपेंड करती है, कई बार क्वेश्चन ये भी पूछ लिया जाता, तो डिग्री हमेशा डिपेंड करती है जी वेरीएबल के उपर। ठीक है जी। हुण आपां नैक्सट क्वेश्चन देखते हैं। साडा नैक्सट क्वेश्चन ते आपां झाती मारते हैं जी। हाँ जी, नैक्सट जिहड़ी चीज़ है कि क्वेश्चन ही तुहानूं पुछ लिया, इत्थे एक बना के रखिया सी कि राइट डिग्री ऑफ फॉलोइंग पोलीनोमियल्स की बहुपदां की घात दसो। जिवें इत्थे पहला क्वेश्चन है x की घात 2 माइनस 5x जमा 6, तो इत्थे की होएगा सारियां x दे विच ने, तो इसका मतलब x इत्थे की है साडे कोल वेरीएबल है, तो उस वेरीएबल की सब तो वड्डी घात कौन है जी 2। इसका मतलब 2 की हो जाएगा साडी डिग्री हो जाएगी। मैं उम्मीद करदा तुहानूं ये चीज़ समझ लगी होएगी। जिवें दूजा प्रश्न है उत्थे भी इस तरीके नाल दिता होया है, तो एक्स की सब तो वड्डी घात कौन है जी 4 है। इसका मतलब इत्थे डिग्री कितनी हो जाएगी 4। सो ये दूजे क्वेश्चन का आंसर है। हुण असीं तीजा क्वेश्चन करते हैं। तीजे क्वेश्चन विच की है जी एक्स की कोई भी घात कोई इंटीजर नहीं है। इंटीजर यानी कि कोई भी संपूर्ण संख्या नहीं है, इस करके डिग्री जो है वो नोट डिफाइंड आ जाएगा। मैं तुहानूं इत्थे दसदा कि जेकर यही क्वेश्चन पेपर च आया होवे तो उन्होंने ए ऑप्शन दे विच 4/3 रखना है, बी ऑप्शन 2/3 रखनी है, सी दे विच उन्होंने 4 रख देनी है, तो डी रख देनी है जी नन ऑफ दीज। तो तुहाडा जो आंसर होएगा वो होएगा जी नन ऑफ दीज। सो इन्हां चीज़ों नूं ध्यान नाल समझना है तो दिमाग दे विच बिठा लेना है। आओ जी नैक्सट आपां देखते हैं कि मीनिंग ऑफ जीरो फॉर पोलीनोमीअल, कि किसी पोलीनोमीअल दे लई जीरो का मतलब की हुंदा है। किसी पोलीनोमीअल दे लई जीरो का मतलब की हुंदा है, इस चीज़ नूं असीं समझना है। किसी पोलीनोमीअल लई जीरो की हुंदी है। देखो जीरो नूं तुसीं किसी पोलीनोमीअल का रूट बोल सकते हो। ठीक है जी। किसी पोलीनोमीअल की वैल्यू भी बोल सकते हो। छोटिया क्लासां च इस चीज़ नूं वैल्यू कहा जाता है, वड्डियां च जाके इसनूं रूट कहा जाता है, अते जीरो नूं तुसीं जीरो भी बोल सकते हो। ठीक है जी। जिवें तुसीं छोटियां जमातां च करदे सी कि x माइनस 3 बराबर 0, तो यदा मतलब ये निकलदा है इत्थे असीं x का मुੱਲ कढ़ना हुंदा सी, तो इत्थे हुंदा सी x एक पासे, ये माइनस दे 3 ने, उधर जाके की हो जाणगे प्लस दे 3, तो इसनूं बोलिया जांदा सी कि असीं x का मुੱਲ कढ़ लिया। पर असल विच असीं मुੱਲ नहीं कढ़दे सी, असीं इत्थे जीरो कढ़दे हुंदे सी। इहनूं बोलिया जांदा है जीरो। जीरो का मतलब की हुंदा किसी पोलीनोमीअल दे लई, मैं इत्थे तुहानूं चीज़ समझा रहा कि जीरो का मतलब पोलीनोमीअल दे लई की हुंदा है कि कोई भी पोलीनोमीअल, मैं इत्थे वार-वार पोलीनोमीअल बोल रहा क्योंकि पंजाबी च इसनूं बहुपद बोलते हैं। तो एक पोलीनोमीअल जीरो होने का मतलब की हुंदा है कि उस पोलीनोमीअल विच तुसीं उसनूं की करना है जी जाके भर देना है खाली डब्बे दे विच, और जदों तुसीं उसनूं उसदे विच भरो, जेकर पोलीनोमीअल बराबर सज्जा पासा आ जाए, जेकर उस पोलीनोमीअल दे विच उस नंबर नूं भरन ते और पूरी दी पूरी पोलीनोमीअल सज्जे पासे दे बराबर आ जाए, तो उसनूं बोलते हैं उस पोलीनोमीअल दी जीरो। ठीक है जी। जिवें मान लो हुणे जो ऑपरेशन तुसीं कर रहे सी वो लिखिया सी x माइनस 3 बराबर 0, तो जेकर मैं इत्थे x की जगह ते जिवें मान लो इस पोलीनोमीअल मैं नाम दे दिता px का, हुण जेकर तुसीं x की जगह 3 भरोगे तो की होएगा 3 माइनस 3 बराबर 0, अते की आ गया 0 बराबर 0, यानी कि खब्बा पासा सज्जे पासे दे बराबर आ गया। इसका मतलब px दी 0 कौन बन जाएगा 3 बन जाएगा। तो इस वैल्यू कढ़न नूं ही एक पोलीनोमीअल दे लई की बोलिया जाता है जीरो बोलिया जाता है। जो मान लो तुहाडे अगे ऑपरेशन रख दिता जाए 5x जमा 5 बराबर 0, तो इत्थे पूछा जाता है कि x नूं ऐजा की भरिया जाए कि सारी की सारी रकम सज्जे पासे दे बराबर आ जाए, यानी कि जीरो आ जाए। तो असीं ये कहांगे इसनूं असीं px मान लिया। जेकर असीं x की जगह ते माइनस दे 1 भरांगे तो की होएगा 5 माइनस 1 जमा 5, इन्हां दी गुणा होएगी, हो जाएगा माइनस दे 5 जमा 5 बराबर आ गया 0। हुण खब्बे पासे भी जीरो है तो बराबर भी जीरो है, इसका मतलब खब्बा पासा सज्जे पासे दे बराबर आ गया। इसका मतलब px दे लई जिहड़ा -1 है वो किहदा काम करेगा जीरो का काम करेगा। हुण मेरे हिसाब नाल तुहानूं जीरो का मतलब समझ लग गया होएगा एक पोलीनोमीअल दे लई कि एक पोलीनोमीअल दे लई जीरो की हुंदी है।
ਇੱਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਲੈਣਾ ਚਾਹੋ, ਕਿਉਂਕਿ ਮੈਂ ਇਸ ਸਲਾਈਡ ਨੂੰ ਜਿਹੜਾ ਹੈ ਉਹ ਮੈਂ ਡਿਲੀਟ ਕਰਨ ਲੱਗਿਆ, ਇਰੇਜ਼ ਕਰਨ ਲੱਗਿਆ। ਸੋ ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਹੋਏਗੀ ਕਿ ਇੱਕ ਪੋਲੀਨੋਮੀਅਲ ਦੇ ਲਈ ਜ਼ੀਰੋ ਹੋਣ ਦਾ ਮਤਲਬ ਕੀ ਹੁੰਦਾ ਹੈ। ਠੀਕ ਹੈ ਜੀ। ਜਿਵੇਂ ਮੰਨ ਲਓ ਹੁਣ ਤੁਹਾਡੇ ਸਾਹਮਣੇ ਦੇਖੋ, ਪੋਲੀਨੋਮੀਅਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਘਾਤ ਕੁਛ ਵੀ ਹੋ ਸਕਦੀ ਹੈ। ਤਾਂ ਜੇਕਰ ਮੰਨ ਲਓ ਹੁਣ ਇਹ ਆ ਜਾਏ x ਦੀ ਘਾਤ 2 ਮਾਈਨਸ 3x ਜਮ੍ਹਾਂ 2 ਬਰਾਬਰ 0, ਤਾਂ ਇਸ ਦੀ ਜ਼ੀਰੋ ਹੋਣ ਦਾ ਮਤਲਬ ਇਹ ਹੋਏਗਾ ਕਿ ਇਸ ਵਿੱਚ ਇਹੋ ਜਿਹੇ ਕਿਹੜੇ ਅੱਖਰ ਭਰੇ ਜਾਣ ਕਿ ਜੋ ਭਰਨ ਤੋਂ ਬਾਅਦ ਉਸ ਨੂੰ ਤੁਸੀਂ ਜ਼ੀਰੋ ਕਹਿ ਦਿਓ। ਤਾਂ ਇੱਥੇ ਅਸੀਂ ਦੇਖਦੇ ਹਾਂ, ਅਸੀਂ ਇੱਥੇ px ਦੀ ਜਗ੍ਹਾ ਇਸ ਨੂੰ ਪੂਰੀ ਨੂੰ px ਮੰਨ ਲੈਂਦੇ ਹਾਂ। ਜੇਕਰ ਅਸੀਂ ਹੁਣ x ਦੀ ਜਗ੍ਹਾ 1 ਭਰ ਦਈਏ ਤਾਂ ਕੀ ਹੋਏਗਾ, 1 ਦੀ ਘਾਤ 2 ਮਾਈਨਸ 3 ਦੀ ਗੁਣਾ 1 ਨਾਲ ਜਮ੍ਹਾਂ 2 ਬਰਾਬਰ 0 ਸੀ। ਹੁਣ 1 ਦੀ ਘਾਤ 1 2 ਹੈ ਉਹ 1 ਹੋਏਗਾ, 3 ਦੀ ਗੁਣਾ 1 ਨਾਲ ਹੋਏਗੀ ਉਹ 3 ਹੀ ਆ ਜਾਏਗਾ, ਜਮ੍ਹਾਂ 2 ਨੇ ਬਰਾਬਰ 0। ਹੁਣ 1 ਵਿੱਚੋਂ 3 ਨਹੀਂ ਜਾ ਸਕਦੇ ਤਾਂ 3 ਦੇ ਵਿੱਚੋਂ 1 ਜਾਣ ਕੇ ਆ ਜਾਏਗਾ 2। ਵੱਡੀ ਰਕਮ ਦੇ ਅੱਗੇ ਜਿਹੜਾ ਨਿਸ਼ਾਨ ਹੈ ਉਹ ਇਹਦੇ ਅੱਗੇ ਆ ਜਾਏਗਾ ਅਤੇ ਪਿੱਛੇ ਬਚਿਆ ਹੋਇਆ ਜਮ੍ਹਾਂ 2 ਬਰਾਬਰ 0। ਹੁਣ ਇਹ ਦੋਨੋਂ ਰਕਮਾਂ ਬਰਾਬਰ ਦੀਆਂ ਨੇ ਔਰ ਉਲਟੇ ਨਿਸ਼ਾਨ ਨੇ ਤਾਂ ਕੀ ਆ ਜਾਏਗਾ ਜੀ 0 ਬਰਾਬਰ 0, ਯਾਨੀ ਕਿ ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਆ ਗਿਆ। ਇਸ ਦਾ ਮਤਲਬ ਇਸ px ਦੇ ਲਈ ਜਿਹੜਾ ਹੈ ਉਹ p1 ਜੇਕਰ ਭਰਿਆ ਜਾਏ ਤਾਂ ਉਸ ਨੂੰ ਕੀ ਬੋਲਿਆ ਜਾਏਗਾ, 0। ਠੀਕ ਹੈ ਜੀ। ਤਾਂ 0 ਹੋਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹੋ ਜਿਹੇ ਕਿਹੜੇ ਅੱਖਰ ਨੂੰ ਉਸ ਦੇ ਵਿੱਚ ਭਰੋ ਕਿ ਉਹ ਪੂਰੀ ਦੀ ਪੂਰੀ ਜਿਹੜੀ ਪੋਲੀਨੋਮੀਅਲ ਹੈ ਬਹੁਪਦ ਉਹ ਸੱਜੇ ਪਾਸੇ ਦੇ ਬਰਾਬਰ ਹੋ ਜਾਏ। ਹੁਣ ਤੁਹਾਨੂੰ ਇਹ ਬੋਰਿੰਗ ਲੱਗ ਰਿਹਾ ਹੋਏਗਾ, ਪਰ ਮੈਂ ਤੁਹਾਨੂੰ ਇੱਕ ਪ੍ਰਸ਼ਨ ਦਿਖਾਉਣਾ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਆ ਸਕਦਾ ਹੈ। ਜੋ ਮੰਨ ਲਓ ਪ੍ਰਸ਼ਨ ਆ ਜਾਏ ਕਿ ਇਸ ਨੂੰ ਵੀ ਛੱਡੋ, x ਦੀ ਘਾਤ 2 ਮਾਈਨਸ 7x ਜਮ੍ਹਾਂ 10 ਬਰਾਬਰ 0 ਜੇਕਰ ਆ ਜਾਏ ਅਤੇ ਪੁੱਛਿਆ ਜਾਏ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਇਸ ਦੀ 0 ਹੋਏਗੀ, ਤਾਂ ਇੱਥੇ ਓਪਸ਼ਨ ਆ ਜਾਣਗੇ A B ਓਪਸ਼ਨ 2 ਹੈ, C ਓਪਸ਼ਨ 5 ਹੈ ਅਤੇ D ਓਪਸ਼ਨ ਜਿਹੜੀ ਹੈ ਉਹ ਆ ਜਾਏ B ਐਂਡ C ਬੋਥ। ਹੁਣ ਇੱਥੇ ਕੀ ਹੋਏਗਾ ਕਿ ਜਦੋਂ ਵੀ ਉਹ ਪੁੱਛ ਲੈਣ ਕਿ ਇਹ ਕੋਈ 0 ਹੈ ਜਾਂ ਨਹੀਂ, ਤੁਹਾਨੂੰ 0 ਕੱਢਣੀ ਆਉਂਦੀ ਹੈ ਜਾਂ ਨਹੀਂ ਆਉਂਦੀ ਇਸ 'ਤੇ ਨਹੀਂ ਜਾਣਾ। ਤੁਸੀਂ ਕੀ ਕਰਨਾ, ਓਪਸ਼ਨ ਦੇ ਵਿੱਚੋਂ ਉਸ ਦੇ ਵਿੱਚ ਭਰਨਾ ਸ਼ੁਰੂ ਕਰ ਦੇਣਾ ਹੈ। ਜਿਵੇਂ ਮੰਨ ਲਓ ਤੁਸੀਂ ਇਹਦੇ 7 ਭਰੋਗੇ ਓਪਸ਼ਨ ਦੇ ਵਿੱਚ ਤਾਂ ਕੀ ਆਏਗਾ, 7 ਦੀ ਘਾਤ 2 ਮਾਈਨਸ 7 ਦੀ ਗੁਣਾ 7 ਨਾਲ ਜਮ੍ਹਾਂ 10 ਬਰਾਬਰ 0। ਤਾਂ 7 ਦੀ ਘਾਤ 2 49 ਔਰ 7 ਨਾਲ ਗੁਣਾ ਵੀ 49 ਜਮ੍ਹਾਂ 10 ਬਰਾਬਰ 0। 49 ਨਾਲ 49 ਕੱਟਿਆ ਜਾਏਗਾ ਤਾਂ 10 ਬਰਾਬਰ 0 ਆ ਰਿਹਾ, ਪਰ 10 ਜੋ ਹੈ 0 ਦੇ ਬਰਾਬਰ ਨਹੀਂ ਹੁੰਦਾ, ਇਸ ਕਰਕੇ ਜੋ 7 ਹੈ ਉਹ ਇਸ ਦੀ 0 ਨਹੀਂ ਬਣ ਸਕਦਾ। ਫਿਰ ਅਸੀਂ ਦੂਜੀ ਓਪਸ਼ਨ ਚੱਕਦੇ ਹਾਂ 2 ਨੂੰ ਅਸੀਂ ਇਸ ਦੇ ਵਿੱਚ ਭਰਾਂਗੇ ਤਾਂ ਕੀ ਹੋਏਗਾ, 2 ਦੀ ਘਾਤ 2 ਮਾਈਨਸ 7 ਦੀ 2 ਨਾਲ ਗੁਣਾ ਜਮ੍ਹਾਂ 10 ਬਰਾਬਰ 0। ਤਾਂ ਕੀ ਹੋਏਗਾ, 2 ਦੀ ਘਾਤ 2 4 ਹੁੰਦਾ ਜੀ, 7 ਦੀ 2 ਨਾਲ ਗੁਣਾ 14 ਜਮ੍ਹਾਂ 10 ਬਰਾਬਰ 0। ਹੁਣ 4 ਵਿੱਚੋਂ 14 ਨਹੀਂ ਜਾ ਸਕਦੇ, ਪਰ 14 ਵਿੱਚੋਂ 4 ਜਾਣਗੇ 10 ਅਤੇ ਵੱਡੀ ਰਕਮ ਦੇ ਅੱਗੇ ਨਿਸ਼ਾਨ ਮਾਈਨਸ ਦਾ ਹੈ, ਜਮ੍ਹਾਂ 10 ਬਰਾਬਰ 0। 10 ਨਾਲ 10 ਕੱਟਿਆ ਗਿਆ ਤਾਂ ਆ ਗਿਆ 0 ਬਰਾਬਰ 0, ਯਾਨੀ ਕਿ ਜਿਹੜਾ 2 ਹੈ ਉਹ ਇਸ ਦੀ 0 ਬਣ ਜਾਏਗਾ ਤਾਂ B ਓਪਸ਼ਨ ਹੋ ਜਾਏਗਾ। ਪਰ ਇੱਕ ਓਪਸ਼ਨ ਨੀਚੇ D ਪਿਆ ਹੈ B ਐਂਡ C ਬੋਥ, ਇਸ ਦਾ ਮਤਲਬ ਸਾਨੂੰ C ਨੂੰ ਵੀ ਚੈੱਕ ਕਰਨਾ ਪਏਗਾ। ਤਾਂ ਅਸੀਂ C ਨੂੰ ਜਦੋਂ ਇਸ ਦੇ ਵਿੱਚ ਭਰਾਂਗੇ ਯਾਨੀ ਕਿ 5 ਨੂੰ, ਤਾਂ ਕੀ ਹੋ ਜਾਏਗਾ, 5 ਦੀ ਘਾਤ 2 ਮਾਈਨਸ 7 ਗੁਣਾ 5 ਜਮ੍ਹਾਂ 10। ਤਾਂ 5 ਦੀ ਘਾਤ 2 25 ਹੁੰਦਾ ਜੀ, 7 ਦੀ 5 ਨਾਲ ਗੁਣਾ 35 ਹੁੰਦਾ ਜਮ੍ਹਾਂ 10, ਯਾਨੀ ਕਿ ਮਾਈਨਸ ਦੇ 10 ਜਮ੍ਹਾਂ 10 ਇਹ ਕੱਟ ਕੇ ਕੀ ਆ ਜਾਏਗਾ ਜੀ 0 ਬਰਾਬਰ 0, ਯਾਨੀ ਕਿ ਇਹ ਵੀ ਉੱਤਰ ਹੋਏਗਾ। ਇਸ ਦਾ ਮਤਲਬ ਜੋ ਉੱਤਰ ਹੈ ਉਹ ਕੌਣ ਹੋ ਜਾਏਗਾ, D ਓਪਸ਼ਨ B ਐਂਡ C ਬੋਥ। ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਪੇਪਰ 'ਚ ਕੁਐਸਚਨ ਕਿਹੋ ਜਿਹਾ ਆਉਣਾ ਹੈ, ਅਤੇ ਜੇਕਰ ਉਹ ਪੁੱਛ ਲਏ ਕਿ ਇਹ ਉਸਦੀ 0 ਹੈ ਜਾਂ ਨਹੀਂ ਤਾਂ ਓਪਸ਼ਨਾਂ ਦੇ ਵਿੱਚੋਂ ਹੀ ਤੁਸੀਂ ਉਸ ਵਿੱਚ ਭਰ ਕੇ ਦੇਖ ਲੈਣਾ ਅਤੇ ਓਪਸ਼ਨਾਂ ਨੂੰ ਭਰੋਗੇ ਅਤੇ ਤੁਹਾਨੂੰ ਤੁਹਾਡਾ ਉੱਤਰ ਜਿਹੜਾ ਉਹ ਮਿਲ ਜਾਏਗਾ। ਸੋ ਤੁਹਾਨੂੰ 0 ਹੋਣ ਦਾ ਮਤਲਬ ਜਿਹੜਾ ਸਮਝ ਲੱਗ ਗਿਆ ਹੋਏਗਾ। ਹੁਣ ਨੈਕਸਟ ਹੈ ਜੀ ਕਿ ਹਾਊ ਮੈਨੀ ਜ਼ੀਰੋਜ਼ ਇਨ ਅ ਪੋਲੀਨੋਮੀਅਲ। ਦੇਖੋ ਇਹ ਕੁਐਸਚਨ ਬੜੇ ਇੰਪੋਰਟੈਂਟ ਹੁੰਦੇ ਆ ਜਦੋਂ ਪੁੱਛ ਲਿਆ ਜਾਂਦਾ ਕਿ ਹਾਊ ਮੈਨੀ ਕਿੰਨੇ। ਜਦੋਂ ਵੀ ਪੁੱਛ ਲਿਆ ਕੁਐਸਚਨ 'ਚ, ਕਿਸੇ ਵੀ ਕੁਐਸਚਨ 'ਚ ਜੇਕਰ ਹਾਊ ਮੈਨੀ ਵਰਡ ਯੂਜ਼ ਹੋ ਜਾਏ, ਇਹਦਾ ਮਤਲਬ ਉਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਹਾਊ ਮੈਨੀ ਦਾ। ਦੇਖੋ ਕਿਸੇ ਵੀ ਪੋਲੀਨੋਮੀਅਲ ਕੋਲ ਕਿੰਨੀਆਂ ਜ਼ੀਰੋਆਂ ਹੋਣਗੀਆਂ ਇਸ ਦਾ ਅੰਦਾਜ਼ਾ ਕਿੱਥੋਂ ਲੱਗਦਾ ਹੈ। ਜੋ ਮੰਨ ਲਓ x ਮਾਈਨਸ 3 ਬਰਾਬਰ 0 ਹੈ ਤਾਂ ਇਸ ਕੋਲ ਅਜੇ ਕਿੰਨੇ ਨੰਬਰ ਹੋਣਗੇ ਜਿਹੜੇ ਇਸ ਸਮੀਕਰਨ ਨੂੰ 0 ਕਰ ਸਕਦੇ ਹੈ, ਉਹ ਕਿੱਥੋਂ ਪਤਾ ਚੱਲਦਾ ਹੈ। ਦੇਖੋ ਚੱਲ ਦੀ ਘਾਤ ਕਿੰਨੀ ਹੋਏਗੀ, ਜਿੰਨੀ ਘਾਤ ਹੋਏਗੀ ਉਨੀਆਂ ਹੀ ਉਸ ਕੋਲ ਜ਼ੀਰੋਆਂ ਹੋਣਗੀਆਂ, ਜਿੰਨੀ ਘਾਤ ਉਨੀਆਂ ਹੀ ਜ਼ੀਰੋਆਂ ਹੋਣਗੀਆਂ, ਯਾਨੀ ਕਿ ਉਨੇ ਨੰਬਰ ਤੁਸੀਂ ਲੱਭ ਪਾਓਗੇ ਜਿਹੜੇ ਉਸ ਰਕਮ ਵਿੱਚ ਭਰਨ 'ਤੇ ਉਹ ਰਕਮ ਸੱਜੇ ਪਾਸੇ ਦੇ ਬਰਾਬਰ ਆ ਜਾਏਗੀ। ਹੁਣ ਇੱਥੇ x ਦੀ ਘਾਤ 1 ਹੈ, ਯਾਨੀ ਕਿ ਸਿਰਫ ਦੁਨੀਆ ਵਿੱਚ ਇੱਕ ਹੀ ਨੰਬਰ ਹੈ ਜਾਂ ਮਿਲੇਗਾ ਜਿਹੜਾ ਇਸ ਸੰਖਿਆ ਦੇ ਵਿੱਚ ਭਰਨ 'ਤੇ ਉਸ ਨੂੰ ਸੱਜੇ ਪਾਸੇ ਦੇ ਬਰਾਬਰ ਕਰ ਦੇ।
ਅਤੇ ਇੱਥੇ ਉਹ ਨੰਬਰ ਸਾਨੂੰ ਪਤਾ ਹੈ। ਜੇਕਰ ਅਸੀਂ ਪਲੱਸ ਦੇ 3x ਨੂੰ ਭਰ ਦਈਏ ਤਾਂ ਪਲੱਸ ਦੇ 3 ਮਾਈਨਸ ਦੇ 3 0 ਆ ਜਾਏਗਾ, ਤਾਂ 0 ਬਰਾਬਰ 0। ਹੋਰ ਦੁਨੀਆ ਵਿੱਚ ਕੋਈ ਵੀ ਐਸਾ ਨੰਬਰ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਇਸ ਸਮੀਕਰਨ ਨੂੰ ਸੈਟਿਸਫਾਈ ਕਰ ਜਾਏ। ਇਸੇ ਤਰੀਕੇ ਨਾਲ ਜੇਕਰ ਮੰਨ ਲਓ ਕਿਸੇ ਪੋਲੀਨੋਮੀਅਲ ਦੀ ਘਾਤ ਇਸ ਤਰੀਕੇ ਨਾਲ ਆ ਗਿਆ, ਮੰਨ ਲਓ x ਦੀ ਘਾਤ 3 ਮਾਈਨਸ 3x ਜਮਾ 2 ਬਰਾਬਰ 0। ਕੁਛ ਬੱਚੇ ਕਹਿਣਗੇ ਕਿ ਇੱਥੇ x ਦੀ ਘਾਤ 2 ਵਾਲੀ ਰਕਮ ਨਹੀਂ ਹੈ, ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪੋਲੀਨੋਮੀਅਲ ਵਿੱਚ ਸਾਰੀਆਂ ਰਕਮਾਂ ਹੋਣ, ਕੋਈ ਵੀ ਰਕਮ ਨਾ ਹੋਵੇ ਤਾਂ ਵੀ ਕੰਮ ਚੱਲ ਜਾਂਦਾ ਹੈ। ਪਰ ਇੱਥੇ ਸਮੀਕਰਨ ਕੋਲ ਕਿੰਨੀਆਂ ਜ਼ੀਰੋਆਂ ਹੋਣਗੀਆਂ, ਤਾਂ ਚੱਲ ਦੀ ਘਾਤ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਉਨੀਆਂ ਹੀ ਜ਼ੀਰੋਜ਼ ਹੋਣਗੀਆਂ। ਯਾਨੀ ਕਿ ਇਸ ਸਮੀਕਰਨ ਕੋਲ ਕਿੰਨੀਆਂ ਜ਼ੀਰੋਜ਼ ਹੋਣਗੀਆਂ, 3 ਜ਼ੀਰੋਜ਼ ਹੋਣਗੀਆਂ, ਜਾਂ ਇਹ ਕਹਿ ਲਓ 3 ਰੂਟਸ ਹੋਣਗੇ, 3 ਵੈਲਿਊਜ਼ ਹੋਣਗੀਆਂ ਜਿਹੜੀਆਂ ਇਸ ਨੂੰ ਸੈਟਿਸਫਾਈ ਕਰ ਜਾਣਗੀਆਂ। ਸੋ ਉਮੀਦ ਕਰਦਾ ਕਿ ਹਾਊ ਮੈਨੀ ਜ਼ੀਰੋਜ਼ ਜੇਕਰ ਤੁਹਾਨੂੰ ਪੁੱਛ ਲਿਆ ਜਾਏ ਕਿਸੇ ਪੋਲੀਨੋਮੀਅਲ ਕੋਲ ਤਾਂ ਤੁਸੀਂ ਉਸਦਾ ਜਵਾਬ ਦੇ ਲਓਗੇ। ਜਿਵੇਂ ਮੰਨ ਲਓ ਤੁਹਾਨੂੰ ਕੁਐਸਚਨ ਆ ਜਾਏ p ਦੀ ਘਾਤ 5 ਮਾਈਨਸ p ਦੀ ਘਾਤ 3 ਜਮਾ p ਦੀ ਘਾਤ 2 ਮਾਈਨਸ p ਬਰਾਬਰ 0, ਤਾਂ ਇੱਥੇ p ਦੀਆਂ ਕਿੰਨੀਆਂ ਸਿਫਰਾਂ ਹੋਣਗੀਆਂ, p ਦੀਆਂ ਕਿੰਨੀਆਂ ਜ਼ੀਰੋਆਂ ਹੋਣਗੀਆਂ, ਤਾਂ p ਦੀ ਘਾਤ ਸਭ ਤੋਂ ਜ਼ਿਆਦਾ ਕੀ ਹੈ 5, ਇਹਦਾ ਮਤਲਬ ਕਿੰਨੀਆਂ ਜ਼ੀਰੋਜ਼ ਹੋਣਗੀਆਂ 5। ਇਹ ਕਾਊਂਟਿੰਗ ਹੈ, 5 ਜੋ ਹੈ ਉਹ ਇਸ ਦੀ ਜ਼ੀਰੋ ਨਹੀਂ ਹੈ, ਜ਼ੀਰੋਆਂ ਜਿਹੜੇ ਵੀ ਨੰਬਰ ਹੋਣਗੇ ਉਹਨਾਂ ਦੀ ਗਿਣਤੀ 5 ਹੋਏਗੀ। ਯਾਨੀ ਕਿ ਸਿਰਫ ਦੁਨੀਆ ਦੇ 5 ਹੀ ਨੰਬਰ ਹੈ ਜੇ ਹੋਣਗੇ ਜਿਹੜੇ ਇਸ ਨੂੰ ਸੈਟਿਸਫਾਈ ਕਰਨਗੇ। ਠੀਕ ਹੈ ਜੀ, ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਉਸ ਤੋਂ ਬਾਅਦ ਆ ਗਿਆ ਜੀ ਮੇਨ ਕੁਐਸਚਨ। ਇਹ 2 ਥਿਊਰਮਾਂ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨੇ, ਸਪੈਸ਼ਲੀ ਸਿਲੇਬਸ 'ਚ ਨਹੀਂ ਲਿਖੀਆਂ ਹੋਈਆਂ ਕਿਉਂਕਿ ਪੋਲੀਨੋਮੀਅਲ ਚੈਪਟਰ ਦੇ ਵਿੱਚ 2 ਥਿਊਰਮਾਂ ਪੜ੍ਹੀਆਂ ਜਾਂਦੀਆਂ ਨੇ। ਇੱਕ ਥਿਊਰਮ ਦਾ ਨਾਮ ਹੈ ਜੀ ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ, ਰਿਮਾਈਂਡਰ ਥਿਊਰਮ ਆਖਦੇ ਨੇ, ਅਤੇ ਦੂਜੀ ਥਿਊਰਮ ਨੂੰ ਫੈਕਟਰ ਥਿਊਰਮ ਕਿਹਾ ਜਾਂਦਾ ਹੈ। ਤਾਂ ਆਓ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਰਿਮਾਈਂਡਰ ਥਿਊਰਮ ਕੀ ਹੁੰਦੀ ਹੈ। ਦੇਖੋ ਕਈ ਵਾਰ ਕੀ ਹੁੰਦਾ ਹੈ, ਤੁਹਾਨੂੰ ਇਸ ਤਰੀਕੇ ਦੀ ਕੋਈ ਵੀ ਪੋਲੀਨੋਮੀਅਲ ਦੇ ਦਿੱਤੀ ਜਾਂਦੀ ਹੈ, x ਦੀ ਘਾਤ 2 ਮਾਈਨਸ x ਦੀ ਘਾਤ 2 ਜਮਾ 3 ਬਰਾਬਰ 0 ਦੇਤਾ, ਅਤੇ ਉਹ ਪੁੱਛਦੇ ਨੇ ਕਿ ਸਾਰੀ ਪੋਲੀਨੋਮੀਅਲ ਨੂੰ ਜੇਕਰ 5 ਨਾਲ ਭਾਗ ਕਰ ਦਿੱਤਾ ਜਾਏ, 5 ਨਾਲ ਭਾਗ ਕਰ ਦਿੱਤਾ ਜਾਏ, ਅਗਰ ਅਸੀਂ ਇਸ ਪੋਲੀਨੋਮੀਅਲ ਨੂੰ 5 ਨਾਲ ਭਾਗ ਕਰਵਾ ਦਈਏ, ਇਫ ਵੀ ਡਿਵਾਈਡ ਦਿਸ ਪੋਲੀਨੋਮੀਅਲ ਬਾਈ 5 ਦੈਨ ਵਟ ਇਜ਼ ਦਾ ਰਿਮਾਈਂਡਰ, ਕਿ ਬਾਕੀ ਕੀ ਬਚੇਗਾ ਇਹ ਦੱਸਿਆ ਜਾਏ, ਤਾਂ ਰਿਮਾਈਂਡਰ ਥਿਊਰਮ ਸਾਨੂੰ ਆ ਕੇ ਸੌਖਾ ਕਰ ਦਿੰਦੀ ਹੈ। ਰਿਮਾਈਂਡਰ ਥਿਊਰਮ ਕੀ ਕਹਿੰਦੀ ਹੈ ਕਿ ਜੇਕਰ ਕੋਈ ਪੋਲੀਨੋਮੀਅਲ px ਹੈ, ਇੱਥੇ ਕੋਈ ਵੀ ਪੋਲੀਨੋਮੀਅਲ ਲਿਖੀ ਹੋਈ ਹੈ, ਅਤੇ ਜੇਕਰ ਉਹ ਪੁੱਛਦੇ ਨੇ ਕਿ ਭਾਗ ਕਰਕੇ ਕੀ ਰਿਮਾਈਂਡਰ ਬਚੇਗਾ, ਕੀ ਬਾਕੀ ਬਚੇਗਾ। ਬਾਕੀ ਬਚਣ ਦਾ ਮਤਲਬ ਤੁਹਾਨੂੰ ਪਤਾ ਹੀ ਹੋਏਗਾ, ਜਿਵੇਂ 11 ਨੂੰ ਅਗਰ 2 ਨਾਲ ਭਾਗ ਕਰਵਾਉਣਾ ਹੋਵੇ ਤਾਂ 2 5 10 ਨੀਚੇ 1 ਬਚ ਗਿਆ, ਇਸ ਨੂੰ ਕੀ ਬੋਲਿਆ ਜਾਂਦਾ ਹੈ, ਬਾਕੀ। ਇਸ ਨੂੰ ਕੀ ਬੋਲਿਆ ਜਾਂਦਾ ਹੈ, ਭਾਗਫਲ। ਇਸ ਨੂੰ ਕੀ ਬੋਲਿਆ ਜਾਂਦਾ ਹੈ, ਭਾਜਕ। ਠੀਕ ਹੈ ਜੀ, ਇਸ ਤਰੀਕੇ ਨਾਲ ਹੁੰਦਾ ਹੈ। ਤਾਂ px ਬਰਾਬਰ ਕੁਛ ਵੀ ਪੋਲੀਨੋਮੀਅਲ ਤੁਹਾਨੂੰ ਦਿੱਤੀ ਹੋਵੇ ਤੇ ਪੁੱਛਣ ਕਿ ਭਾਗ ਕਰਕੇ ਕੀ ਬਾਕੀ ਬਚੇਗਾ, ਤਾਂ ਰਿਮਾਈਂਡਰ ਥਿਊਰਮ ਕਹਿੰਦੀ ਹੈ ਕਿ ਤੁਸੀਂ ਜਿਸ ਰਕਮ ਨਾਲ ਉਸ ਨੂੰ ਭਾਗ ਕਰਵਾਉਣਾ ਹੈ x ਦੀ ਜਗ੍ਹਾ ਉਸ ਨੂੰ ਭਰ ਦਿਓ। ਜਿਵੇਂ ਮੰਨ ਲਓ ਤੁਸੀਂ ਇਸ ਵਾਲੀ ਪੋਲੀਨੋਮੀਅਲ ਨੂੰ 5 ਨਾਲ ਭਾਗ ਕਰਵਾਉਣਾ ਸੀ, ਤਾਂ ਅਸੀਂ ਕੀ ਕਰਾਂਗੇ, x ਦੀ ਘਾਤ 3 ਮਾਈਨਸ x ਦੀ ਘਾਤ 2 ਜਮਾ 3 ਦੇ ਵਿੱਚ ਅਗਰ ਇਸ ਨੂੰ 5 ਨਾਲ ਭਾਗ ਕਰਵਾਉਣਾ ਤਾਂ ਅਸੀਂ x ਦੀ ਜਗ੍ਹਾ ਕੀ ਭਰ ਦਿਆਂਗੇ, 5। ਤਾਂ ਕੀ ਹੋ ਜਾਏਗਾ, 5 ਦੀ ਘਾਤ 3 ਮਾਈਨਸ 5 ਦੀ ਘਾਤ 2 ਜਮਾ 3, ਤਾਂ ਕੀ ਹੋਏਗਾ, 5 ਦੀ ਘਾਤ 3 ਹੁੰਦਾ ਜੀ 125। 5 ਦੀ ਘਾਤ 3 ਦਾ ਮਤਲਬ ਹੈ 5 ਨੂੰ 3 ਵਾਰ ਗੁਣਾ ਕਰਵਾਉਣਾ ਹੈ, ਯਾਨੀ ਕਿ ਉਹ ਆ ਜਾਏਗਾ 125, ਅਤੇ 5 ਦੀ ਘਾਤ 2 ਦਾ ਮਤਲਬ ਹੈ ਜੀ 25 ਜਮਾ 3, ਯਾਨੀ ਕਿ 125 ਵਿੱਚੋਂ 25 ਗਏ ਆ ਗਿਆ ਜੀ 100 ਜਮਾ 3, ਯਾਨੀ ਕਿ ਉੱਤਰ ਆ ਗਿਆ 103। ਤਾਂ ਜਦੋਂ ਤੁਸੀਂ ਇਸ ਸਮੀਕਰਨ ਨੂੰ 5 ਨਾਲ ਭਾਗ ਕਰਵਾਓਗੇ ਤਾਂ ਜਿਹੜਾ ਉੱਤਰ ਹੈ ਉਹ ਤੁਹਾਨੂੰ ਮਿਲੇਗਾ 103। ਮੈਂ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਈ ਹੋਏਗੀ। ਠੀਕ ਹੈ ਜੀ, ਅਸੀਂ ਇਸ ਨੂੰ ਦੁਬਾਰਾ ਸਮਝਦੇ ਹਾਂ। ਰਿਮਾਈਂਡਰ ਥਿਊਰਮ ਕੀ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਪੋਲੀਨੋਮੀਅਲ ਦੇ ਦਿੱਤੀ ਜਾਏ ਅਤੇ ਉਸ ਪੋਲੀਨੋਮੀਅਲ ਨੂੰ ਕਿਸੇ ਵੀ ਰਕਮ ਨਾਲ ਭਾਗ ਯਾਨੀ ਕਿ ਡਿਵਾਈਡ ਕਰਨ ਨੂੰ ਤੁਹਾਨੂੰ ਕਿਹਾ ਜਾਏ ਅਤੇ ਪੁੱਛੇ ਕਿ ਫਾਈਂਡ ਰਿਮਾਈਂਡਰ, ਕਿ ਬਾਕੀ ਦੱਸਿਆ ਜਾਏ ਕੀ ਹੋਏਗਾ, ਤਾਂ ਬਾਕੀ ਕੀ ਬਚਦਾ ਹੈ, ਤੁਸੀਂ ਉਸ ਪੋਲੀਨੋਮੀਅਲ ਦੇ ਵਿੱਚ ਉਸ ਭਾਗ ਕਰਨ ਵਾਲੇ ਨੰਬਰ ਨੂੰ ਭਰ ਦੇਣਾ ਹੈ, ਤੇ ਜੋ ਵੀ ਉਹਦਾ ਉੱਤਰ ਆਏਗਾ ਉਹ ਤੁਹਾਡੀ ਕੀ ਹੋ ਜਾਏਗੀ, ਪੋਲੀਨੋਮੀਅਲ ਦਾ ਰਿਮਾਈਂਡਰ। ਜੋ ਮੰਨ ਲਓ ਤੁਹਾਡੇ ਸਾਹਮਣੇ ਕੁਐਸਚਨ ਰੱਖ ਦਿੱਤਾ ਜਾਏ px ਦੀ ਘਾਤ 2 x ਦੀ ਘਾਤ 3x ਜਮਾ 2 ਬਰਾਬਰ 0। ਇੱਥੇ ਤੁਹਾਨੂੰ ਪੁੱਛ ਲਿਆ ਜਾਏ ਕਿ ਜੇਕਰ ਇਸ ਨੂੰ 1 ਨਾਲ ਭਾਗ ਕਰਵਾਇਆ ਜਾਂਦਾ ਹੈ, 1 ਛੱਡੋ 2 ਨਾਲ ਭਾਗ ਕਰਵਾਇਆ ਜਾਂਦਾ ਹੈ,
ਤਾਂ ਬਾਕੀ ਕੀ ਬਚੇਗਾ, ਤਾਂ ਅਸੀਂ ਕੀ ਕਰਾਂਗੇ, x ਦੀ ਜਗ੍ਹਾ 2 ਭਰ ਦਿਆਂਗੇ ਤਾਂ ਇੱਥੇ ਕੀ ਆ ਜਾਏਗਾ 2 ਦੀ ਘਾਤ 2 ਮਾਈਨਸ 3 ਦੀ ਗੁਣਾ 2 ਨਾਲ ਜਮਾ 2, ਤਾਂ 2 ਦੀ ਘਾਤ 2 ਹੁੰਦਾ ਜੀ 4, 3 ਦੀ 2 ਨਾਲ ਗੁਣਾ ਹੁੰਦਾ ਹੈ 6 ਜਮਾ 2, 4 ਵਿੱਚੋਂ 6 ਨਹੀਂ ਜਾਣਗੇ, 6 ਵਿੱਚੋਂ 4 ਗਏ 2, ਨਿਸ਼ਾਨ ਆ ਜਾਏਗਾ ਜੀ ਮਾਈਨਸ ਦਾ, ਅੱਗੇ ਜਮਾ 2 ਤਾਂ ਬਰਾਬਰ ਆ ਗਿਆ 0। ਯਾਨੀ ਕਿ ਇਸ ਸਮੀਕਰਨ ਨੂੰ ਜੇਕਰ 2 ਨਾਲ ਭਾਗ ਕੀਤਾ ਜਾਏਗਾ ਤਾਂ ਜਿਹੜਾ ਬਾਕੀ ਹੈ ਉਹ ਬਚੇਗਾ ਹੀ ਨਹੀਂ, ਬਾਕੀ ਕੀ ਬਚ ਆਏਗਾ 0, ਯਾਨੀ ਕਿ ਕੁਝ ਵੀ ਬਾਕੀ ਨਹੀਂ ਬਚਦਾ। ਦੇਖੋ ਜਦੋਂ ਅਸੀਂ ਇੱਥੇ ਭਾਗ ਕਰਦੇ ਸੀ 10 ਨੂੰ 2 ਨਾਲ ਤਾਂ ਇਹ 5 ਤੇ ਗਿਆ ਔਰ ਨੀਚੇ 0 ਬਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਵੀ ਨੀਚੇ ਬਾਕੀ ਨਹੀਂ ਬਚਦਾ ਜਾਂ ਬਾਕੀ 0 ਬਚਦਾ ਹੈ, ਇਸ ਦਾ ਮਤਲਬ ਇਹ ਕੱਢਿਆ ਜਾਂਦਾ ਹੈ ਕਿ ਉਹ ਰਕਮ ਪੂਰੀ ਪੂਰੀ ਭਾਗ ਹੋ ਜਾਂਦੀ ਹੈ। ਕੀ ਹੋ ਜਾਂਦਾ ਹੈ ਜੀ, ਪੂਰੀ ਪੂਰੀ ਭਾਗ ਹੋ ਜਾਂਦਾ ਹੈ। ਇਸ ਦਾ ਮਤਲਬ ਕੀ ਹੋਇਆ ਕਿ ਇਸ ਸਮੀਕਰਨ ਦੇ ਲਈ 2 ਨਾਲ ਅਗਰ ਭਾਗ ਕਰਵਾਇਆ ਜਾਂਦਾ ਤਾਂ ਬਾਕੀ ਬਚੇਗਾ 0, ਯਾਨੀ ਕਿ 2 ਜਿਹੜਾ ਹੈ ਇਸ ਪੋਲੀਨੋਮੀਅਲ ਨੂੰ ਪੂਰਾ ਪੂਰਾ ਭਾਗ ਕਰ ਦਿੰਦਾ ਹੈ। ਠੀਕ ਹੈ ਜੀ, ਇੱਥੋਂ ਹੀ ਤੁਹਾਡੀ ਫੈਕਟਰ ਥਿਊਰਮ ਸ਼ੁਰੂ ਹੋ ਜਾਂਦੀ ਹੈ। ਫੈਕਟਰ ਥਿਊਰਮ ਕੀ ਕਹਿੰਦੀ ਹੈ ਕਿ ਜੇਕਰ ਕਿਸੇ ਪੋਲੀਨੋਮੀਅਲ ਨੂੰ, ਜਿਵੇਂ ਇਹੀ ਪੋਲੀਨੋਮੀਅਲ ਲਿਖ ਲਈ, ਜੇਕਰ मैं दोबारा लिख देता हाँ, x की घात 2 माइनस 3x जमा 2 बराबर 0 है। जेकर कोई पोलीनोमीअल, जेकर किसी भी पोलीनोमीअल कोई भी नंबर, जिमें इत्थे 2 भरन ते 0 हो जाती है, आप ऊपर करके आए हैं तो p विच 2 भरन ते 0 हो जाती है। तो जेकर कोई भी पोलीनोमीअल किसी रकम नूं भरन ते 0 हो जाए तो असी जिवें मान लो मैं इत्थे तुहानूं दिखाउणा हाँ, जेकर px दे विच px कुछ भी है, पी ਦੇ ਵਿੱਚ ਕੋਈ ਵੀ a ਭਰਨ ਤੇ ਜੇਕਰ ਉਹ ਸਮੀਕਰਨ 0 ਹੋ ਜਾਏ ਤਾਂ ਇਸ ਦਾ ਮਤਲਬ ਇਹ ਕੱਢਿਆ ਜਾਏਗਾ ਕਿ x ਮਾਈਨਸ a ਜਿਹੜਾ ਹੈ ਉਹ ਉਸ ਪੋਲੀਨੋਮੀਅਲ ਦਾ ਕੀ ਹੋ ਜਾਏਗਾ, ਫੈਕਟਰ, ਯਾਨੀ ਕਿ ਗੁਣਨਖੰਡ ਹੋ ਜਾਏਗਾ। ਠੀਕ ਹੈ ਜੀ, ਮੈਂ ਇੱਥੇ ਤੁਹਾਨੂੰ ਦੁਬਾਰਾ ਸਮਝਾਉਣਾ ਇਹੀ ਚੀਜ਼ ਨੂੰ ਸਾਰੀ ਨੂੰ ਇਰੇਜ਼ ਕਰ ਦਈਏ। ਫੈਕਟਰ ਥਿਊਰਮ ਕੀ ਕਹਿੰਦੀ ਹੈ ਕਿ ਜੇਕਰ ਕਿਸੇ px ਵਿੱਚ, ਜਿਵੇਂ ਆ ਹੈ ਜੀ x ਦੀ ਘਾਤ ਇਹ ਸੀ ਰਕਮ, ਇੱਥੇ p ਵਿੱਚ 2 ਭਰਨ ਤੇ 0 ਆ ਜਾਂਦਾ ਸੀ, ਤਾਂ ਫੈਕਟਰ ਥਿਊਰਮ ਕੀ ਕਹਿੰਦੀ ਹੈ ਕਿ ਜੇਕਰ ਕਿਸੇ px ਵਿੱਚ ਕੋਈ x ਦੀ ਜਗ੍ਹਾ a ਭਰਨ ਤੇ ਉਹ ਸਮੀਕਰਨ 0 ਹੋ ਜਾਏ ਤਾਂ x ਮਾਈਨਸ a ਉਸ ਦਾ ਕੀ ਹੋ ਜਾਂਦਾ ਹੈ, ਗੁਣਨਖੰਡ ਹੋ ਜਾਂਦਾ ਹੈ। ਗੁਣਨਖੰਡ ਹੋਣ ਦਾ ਮਤਲਬ ਇਹ ਹੈ ਕਿ ਉਹ ਫੈਕਟਰ ਹੋ ਜਾਂਦਾ ਹੈ। ਤਾਂ ਜੇਕਰ ਇਸ ਸਮੀਕਰਨ ਵਿੱਚ x ਨੂੰ 2 ਭਰਨ ਤੇ ਉਹ 0 ਹੋ ਜਾਂਦੀ ਹੈ ਤਾਂ ਇਸ ਦਾ ਮਤਲਬ x ਮਾਈਨਸ 2 ਕੀ ਹੋ ਜਾਏਗਾ, ਇਸ ਰਕਮ ਦਾ ਫੈਕਟਰ ਹੋ ਜਾਏਗਾ। ਕਹਿਣ ਦਾ ਮਤਲਬ ਅਸੀਂ ਐਵੇਂ ਲਿਖ ਸਕਦੇ ਹਾਂ, x ਮਾਈਨਸ 2 ਇਜ਼ ਅ ਫੈਕਟਰ ਆਫ x ਦੀ ਘਾਤ 2 ਮਾਈਨਸ 3x ਜਮਾ 2 ਬਰਾਬਰ 0। ਠੀਕ ਹੈ ਜੀ, ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਫੈਕਟਰ ਹੋਣਾ ਤੇ ਰਿਮਾਈਂਡਰ ਕਿਵੇਂ ਕੱਢਿਆ ਜਾਂਦਾ ਹੈ। ਠੀਕ ਹੈ ਜੀ, ਆਪਾਂ ਇੱਥੇ ਫਿਰ ਇੱਕ ਕੁਐਸਚਨ ਤੁਹਾਨੂੰ ਕਰਵਾ ਕੇ ਦਿਖਾ ਦਿੰਦੇ ਹਾਂ। ਜਿਵੇਂ ਮੰਨ ਲਓ ਇੱਥੇ ਪੁੱਛਿਆ ਜਾਏ x ਦੀ ਘਾਤ 3 ਮਾਈਨਸ x ਦੀ ਘਾਤ 4 ਜਮਾ x ਦੀ ਘਾਤ 5 ਮਾਈਨਸ x ਦੀ ਘਾਤ 2 ਜਮਾ 1 ਬਰਾਬਰ 0। ਪੁੱਛਿਆ ਜਾਏ ਕਿ ਫਾइंड रिमाइंडर when this polynomial divided by 0, 0 कह लो या ये कह लो when its polynomial is divided by 1। ਜੇਕਰ ਇਹ ਸਾਰੀ ਪੋਲੀਨੋਮੀਅਲ ਨੂੰ 1 ਨਾਲ ਭਾਗ ਕਰ ਦਿੱਤਾ ਜਾਏ ਤਾਂ ਬਾਕੀ ਕੀ ਬਚੇਗਾ, ਤਾਂ ਅਸੀਂ ਕੁਝ ਨਹੀਂ ਕਰਨਾ, ਅਸੀਂ ਇਸ ਸਾਰੀ ਰਕਮ ਦੇ ਵਿੱਚ ਉਹਨੂੰ ਭਰ ਦੇਣਾ ਹੈ। 1 ਦੀ ਘਾਤ 3 ਮਾਈਨਸ 1 ਦੀ ਘਾਤ 4 ਜਮਾ 1 ਦੀ ਘਾਤ 5 ਮਾਈਨਸ 1 ਦੀ ਘਾਤ 2 ਬਰਾਬਰ ਜਮਾ 1 ਬਰਾਬਰ 0। 1 ਦੀ ਘਾਤ 3 1 ਹੁੰਦਾ ਹੈ, 1 ਦੀ ਘਾਤ 4 ਵੀ 1 ਹੁੰਦਾ ਹੈ, 1 ਦੀ ਘਾਤ 5 ਵੀ 1 ਹੁੰਦਾ ਹੈ, 1 ਦੀ ਘਾਤ 2 ਵੀ 1 ਹੁੰਦਾ ਹੈ, ਪਲੱਸ 1 ਬਰਾਬਰ 0। ਹੁਣ ਆਹ 1 ਨਾਲ ਆਹ 1 ਕੱਟਿਆ ਗਿਆ, ਆਹ ਵਾਲੇ ਪਲੱਸ 1 ਨਾਲ ਆਹ ਵਾਲਾ ਕੱਟਿਆ ਗਿਆ, ਤਾਂ 1 ਬਰਾਬਰ 0 ਜੋ ਨਹੀਂ ਹੁੰਦਾ, ਪਰ ਇੱਥੇ ਇਹ ਬਰਾਬਰ ਹੋਇਆ ਜਾਂ ਨਹੀਂ ਹੋਇਆ ਇਸ ਤੋਂ ਮਤਲਬ ਨਹੀਂ ਹੈ। ਕੀ ਮਤਲਬ ਹੈ ਕਿ ਕੌਣ ਬਚ ਗਿਆ, ਪਲੱਸ ਦੇ 1 ਬਚੇ ਹੈ, ਯਾਨੀ ਕਿ ਜੇਕਰ ਇਸ ਪੂਰੀ ਰਕਮ ਨੂੰ 1 ਨਾਲ ਭਾਗ ਕਰਵਾਇਆ ਜਾਏ ਤਾਂ ਬਾਕੀ ਕੌਣ ਬਚੇਗਾ, ਪਲੱਸ ਦਾ 1 ਬਚੇਗਾ। ਸੋ ਇਹ ਵਾਲਾ ਜਿਹੜਾ ਤੁਹਾਡਾ ਆਪਰੇਸ਼ਨ ਸੀ ਇਹ ਇਸ ਦਾ ਉੱਤਰ ਹੈ। ਉਮੀਦ ਕਰਦਾ ਕਿ ਤੁਹਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਹੋਏਗੀ ਰਿਮਾਈਂਡਰ ਥਿਊਰਮ ਕੀ ਕਹਿੰਦੀ ਹੈ ਤੇ ਫੈਕਟਰ ਥਿਊਰਮ ਕੀ ਕਹਿੰਦੀ ਹੈ। ਠੀਕ ਹੈ ਜੀ, ਫਿਰ ਹੈ ਜੀ ਨੇਚਰ ਆਫ ਜ਼ੀਰੋਜ਼ ਫॉर ਅ ਕੁਆਡਰੈਟਿਕ ਪੋਲੀਨੋਮੀਅਲ। ਕੁਆਡਰੈਟਿਕ ਪੋਲੀਨੋਮੀਅਲ ਦੇਖੋ, ਕੁਆਡਰੈਟਿਕ ਨੂੰ ਪੰਜਾਬੀ 'ਚ ਬੋਲਦੇ ਨੇ ਦੋ ਘਾਤੀ ਸਮੀਕਰਨ। ਸਮੀਕਰਨ ਤਾਂ ਪੋਲੀਨੋਮੀਅਲ ਹੀ ਹੈ ਜਾਂ ਬਹੁਪਦ ਹੈ, ਤਾਂ ਕੁਆਡਰੈਟਿਕ ਸਮੀਕਰਨ ਨੂੰ ਬੇਸਿਕਲੀ ਇੰਗਲਿਸ਼ ਦੇ ਵਿੱਚ ਇਕੁਏਸ਼ਨ ਬੋਲਿਆ ਜਾਂਦਾ ਹੈ ਜੀ। ਔਰ ਕੁਆਡਰੈਟਿਕ ਪੋਲੀਨੋਮੀਅਲ ਜਾਂ ਕੁਆਡਰੈਟਿਕ ਸਮੀਕਰਨ, ਕੁਆਡਰੈਟਿਕ ਇਕੁਏਸ਼ਨ, ਉਹਦੇ ਵਿੱਚ ਨੇਚਰ ਆਫ ਜ਼ੀਰੋਜ਼,
ਜਿਵੇਂ ਅਸੀਂ ਕਹਿੰਦੇ ਨੇ ਬੰਦੇ ਦਾ ਨੇਚਰ ਕਿਹੋ ਜਿਹਾ ਹੈ, ਉਸ ਤਰੀਕੇ ਨਾਲ ਸਮੀਕਰਨਾਂ ਦਾ ਵੀ ਨੇਚਰ ਹੁੰਦਾ ਹੈ, ਅਤੇ ਉਹ ਨੇਚਰ ਕਿਹੋ ਜਿਹਾ ਹੋਏਗਾ ਉਸ ਨੂੰ ਅਸੀਂ ਦੇਖਣਾ ਹੈ। ਦੇਖੋ ਪਹਿਲੀ ਚੀਜ਼ ਅਸੀਂ ਇਹ ਦੱਸਣਾ ਹੈ ਕਿ ਨੇਚਰ ਦੇ ਵਿੱਚ ਕੀ ਸੰਖਿਆਵਾਂ ਵਾਸਤਵਿਕ ਹਨ ਜਾਂ ਨਹੀਂ। ਹੁਣ ਤੁਹਾਨੂੰ ਜ਼ੀਰੋਸ ਪਤਾ, ਜ਼ੀਰੋਸ ਕੀ ਹੁੰਦੀਆਂ, ਪੋਲੀਨੋਮੀਅਲ ਵੀ ਤੁਹਾਨੂੰ ਪਤਾ ਹੈ, ਕੁਆਡਰੈਟਿਕ ਮੈਂ ਦੱਸਦਾ 2 ਘਾਤੀ, ਮਤਲਬ ਉਹ ਵਾਲੀਆਂ ਸਮੀਕਰਨਾਂ ਜਿਨ੍ਹਾਂ ਦੀ ਘਾਤ 2 ਹੁੰਦੀ ਹੈ, ਵੱਧ ਤੋਂ ਵੱਧ 2 ਘਾਤ ਹੁੰਦੀ ਹੈ, ਉਹ ਵਾਲੀਆਂ ਪੋਲੀਨੋਮੀਅਲ ਦੇ ਵਿੱਚ ਤੁਸੀਂ ਜ਼ੀਰੋ ਕੱਢਣੀਆਂ ਹੈ ਔਰ ਜ਼ੀਰੋਜ਼ ਦਾ ਨੇਚਰ ਦੱਸਣਾ ਹੈ। ਜਿਵੇਂ ਮੰਨ ਲਓ x ਦੀ ਘਾਤ 3 ਨਹੀਂ ਲਗਾਣੀ, x ਦੀ ਘਾਤ 2 ਮਾਈਨਸ 6x ਜਮ੍ਹਾਂ 9 ਬਰਾਬਰ 0, ਇਸ ਤਰੀਕੇ ਨਾਲ ਆ ਗਿਆ। ਹੁਣ ਇੱਥੇ ਕੀ ਹੋਏਗਾ, ਦੇਖੋ ਇਸ ਦੀ ਘਾਤ 2 ਹੈ, ਇਸ ਦਾ ਮਤਲਬ ਇਸ ਦੇ ਕੋਲ ਕਿੰਨੀਆਂ ਜ਼ੀਰੋਜ਼ ਹੋਣਗੀਆਂ, 2 ਹੀ ਜ਼ੀਰੋਜ਼ ਹੋਣਗੀਆਂ, ਠੀਕ ਹੈ ਜੀ। ਪਰ ਉਹ ਜ਼ੀਰੋਜ਼ ਕਿਹੋ ਜਿਹੀਆਂ ਹੋਣਗੀਆਂ, ਵਾਸਤਵਿਕ ਹੋਣਗੀਆਂ ਜਾਂ ਨਹੀਂ ਹੋਣਗੀਆਂ। ਵਾਸਤਵਿਕ ਦਾ ਮਤਲਬ ਹੈ ਕਿ ਉਹ ਰੀਅਲ ਨੰਬਰ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਪੁੱਛਿਆ ਜਾ ਰਿਹਾ ਹੈ। ਜਾਂ ਉਹ ਅਲੱਗ-ਅਲੱਗ ਹੋਣਗੀਆਂ ਜਾਂ ਉਹ ਸੇਮ ਹੋਣਗੀਆਂ, ਇਸ ਚੀਜ਼ ਨੂੰ ਵੀ ਦੇਖਣਾ ਜਿਹੜਾ ਹੈ ਉਹ ਸਾਡਾ ਕੰਮ ਹੈ। ਤਾਂ ਇੱਥੇ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਕਿ ਆਪਾਂ ਕੁਐਸਚਨ ਕੀ ਕਰਨਾ ਹੈ। ਜਿਵੇਂ ਹੁਣ ਆਹ ਵਾਲੀ ਸਮੀਕਰਨ ਹੈ ਤੁਹਾਡੇ ਸਾਹਮਣੇ, ਤਾਂ ਪੁੱਛ ਰਿਹਾ ਕਿ ਨੇਚਰ ਆਫ ਜ਼ੀਰੋਜ਼ ਦੱਸਿਆ ਜਾਏ, ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਤੁਹਾਨੂੰ ਸਿਖਾਉਣ ਲੱਗਿਆ ਉਸ ਨੂੰ ਤੁਸੀਂ ਸਿੱਖਣਾ ਹੈ ਕਿ 2 ਘਾਤੀ ਸਮੀਕਰਨ ਹਮੇਸ਼ਾ ਦੇਖਣ ਵਿੱਚ ਕਿਸ ਤਰੀਕੇ ਦੀ ਹੁੰਦੀ ਹੈ। ax ਦੀ ਘਾਤ 2 ਜਮ੍ਹਾਂ bx ਜਮ੍ਹਾਂ c ਬਰਾਬਰ 0, ਯਾਨੀ ਕਿ 2 ਘਾਤੀ ਸਮੀਕਰਨ ਕੋਲ ਇਹ 3 ਚੀਜ਼ਾਂ ਹੁੰਦੀਆਂ ਨੇ, ਅਤੇ ਇਸ ਵਿੱਚ ਜੋ ਖਾਸ ਚੀਜ਼ ਹੈ ਉਹ ਇਹ ਹੈ ਕਿ ਇਹ ਕਦੇ ਵੀ 0 ਨਹੀਂ ਹੋਣਾ ਚਾਹੀਦਾ, ਇਹ ਕਦੇ ਵੀ 0 ਨਹੀਂ ਹੋਣਾ ਚਾਹੀਦਾ। ਯਾਨੀ ਕਿ ਤੁਹਾਡੀ 2 ਘਾਤੀ ਸਮੀਕਰਨ 3x ਦੀ ਘਾਤ 2 ਜਮ੍ਹਾਂ 5 ਬਰਾਬਰ 0 ਹੋਵੇ ਤਾਂ ਵੀ ਚੱਲ ਜਾਏਗਾ, ਯਾਨੀ ਕਿ x ਵਾਲੀ ਰਕਮ ਚਾਹੇ ਹੈ ਚਾਹੇ ਨਹੀਂ ਹੈ, ਉਸ ਦੇ ਨਾਲ 2 ਘਾਤੀ ਹੋਣ ਦਾ ਕੋਈ ਫਰਕ ਨਹੀਂ ਪੈਂਦਾ। ਜਿਸ ਦੀ ਘਾਤ 2 ਹੈ ਉਸ ਦੇ ਅੱਗੇ ਵਾਲਾ ਅੱਖਰ 1 ਹੋ ਸਕਦਾ ਹੈ, 0 ਨਹੀਂ ਹੋ ਸਕਦਾ। ਇਹ ਵਾਲੀ ਚੀਜ਼ ਜਿਹੜੀ ਤੁਹਾਨੂੰ ਦੱਸੀ ਜਾ ਰਹੀ ਹੈ, ਠੀਕ ਹੈ ਜੀ। ਕਿਉਂਕਿ ਮੰਨ ਲਓ ਕਿ ਅਗਰ a ਹੀ 0 ਹੋ ਗਿਆ ਤਾਂ ਰਕਮ ਕੀ ਬਚ ਜਾਏਗੀ, 3x ਜਮ੍ਹਾਂ 2 ਬਰਾਬਰ 0, ਤਾਂ ਇੱਥੇ 2 ਘਾਤ ਵਾਲੀ ਸਮੀਕਰਨ ਹੀ ਨਹੀਂ ਹੈ, ਤਾਂ ਇਸ ਨੂੰ 2 ਘਾਤੀ ਸਮੀਕਰਨ ਹੀ ਨਹੀਂ ਬੋਲਿਆ ਜਾਏਗਾ, ਠੀਕ ਹੈ ਜੀ। ਹੁਣ ਅਸੀਂ ਨੇਚਰ ਆਫ ਜ਼ੀਰੋਜ਼ ਦੇਖਦੇ ਹਾਂ, ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ 2 ਘਾਤੀ ਸਮੀਕਰਨ ਕਿਸ ਤਰੀਕੇ ਦੀ ਹੁੰਦੀ ਹੈ। ਕੋਈ ਵੀ ax ਦੀ ਘਾਤ 2 ਜਮ੍ਹਾਂ bx ਜਮ੍ਹਾਂ c ਬਰਾਬਰ 0, a b c ਕੀ ਨੇ, a b c ਕੀ ਹੈਗੇ ਆ ਜੀ, ਅਚਲ, ਯਾਨੀ ਕਿ ਇਹ ਕੀ ਨੇ ਜੀ, ਕੌਂਸਟੈਂਟ, ਇਹਨਾਂ ਦੀ ਵੈਲਿਊ ਫਿਕਸ ਹੈ। ਪਰ ਜਿਹੜਾ x ਹੈ ਉਹ ਕੀ ਹੈ ਜੀ, x ਜੋ ਹੈ ਉਹ ਹੈ ਜੀ ਚਲ, ਯਾਨੀ ਕਿ ਉਹ ਕੀ ਹੈ, ਵੇਰੀਏਬਲ ਹੈ, ਠੀਕ ਹੈ ਜੀ। ਮੈਂ ਇੱਥੇ ਥੋੜਾ ਜ਼ਿਆਦਾ ਸਾਫ਼ ਕਰਕੇ ਲਿਖ ਦਿੰਦਾ, x ਕੀ ਹੈ, ਵੇਰੀਏਬਲ ਹੈ। ਹੁਣ ਪਹਿਲਾ ਕੰਮ ਤੁਸੀਂ ਕੀ ਕਰਨਾ ਹੈ, ਕਿਸੇ ਵੀ ਰਕਮ ਦੇ ਵਿੱਚ, ਜਿਵੇਂ ਮੰਨ ਲਓ ਤੁਹਾਡੇ ਕੋਲ ਰਕਮ ਆ ਗਈ x ਦੀ ਘਾਤ 2 ਮਾਈਨਸ 3x ਜਮ੍ਹਾਂ 2 ਬਰਾਬਰ 0, ਜਾਂ ਤੁਹਾਡੇ ਕੋਲ ਰਕਮ ਆ ਗਈ x ਦੀ ਘਾਤ ਮਾਈਨਸ 5x ਜਮ੍ਹਾਂ 6 ਬਰਾਬਰ 0, ਜਾਂ ਤੁਹਾਡੇ ਕੋਲ ਰਕਮ ਆ ਗਈ 2x ਦੀ ਘਾਤ 2 ਮਾਈਨਸ 7x ਜਮ੍ਹਾਂ 6 ਬਰਾਬਰ 0। ਇਸ ਤਰੀਕੇ ਦਾ ਤੁਹਾਨੂੰ ਕੁਝ ਵੀ ਆ ਗਿਆ, ਠੀਕ ਹੈ ਜੀ। ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਕੰਮ ਤੁਹਾਡਾ ਕੀ ਹੋਇਆ ਕਰੇਗਾ, ਜੇਕਰ ਉਹ ਪੁੱਛੇ ਕਿ ਨੇਚਰ ਆਫ ਜ਼ੀਰੋਜ਼ ਕਿਹੋ ਜਿਹਾ ਹੈ, ਪ੍ਰਕਿਰਤੀ, ਨੇਚਰ ਕੀ ਹੁੰਦਾ, ਪ੍ਰਕਿਰਤੀ ਕਿਹੋ ਜਿਹੀ ਹੈ ਜ਼ੀਰੋਜ਼ ਦੀ, ਸਿਫਰਾਂ ਦੀ, ਤਾਂ ਪਹਿਲਾ ਕੰਮ ਤੁਸੀਂ ਕੀ ਕਰਨਾ ਹੈ, a b ਤੇ c ਕੱਢ ਕੇ ਰੱਖ ਲੈਣਾ ਹੈ। a ਕੌਣ ਹੁੰਦਾ ਹੈ, x ਦੀ ਘਾਤ ਦੇ, x ਦੀ ਘਾਤ ਜਿੱਥੇ 2 ਹੈ ਉਸ ਦੇ ਨਾਲ ਜੋ ਲੱਗਿਆ ਉਸ ਨੂੰ ਬੋਲਦੇ a, x ਦੇ ਨਾਲ ਜੋ ਲੱਗਿਆ ਹੁੰਦਾ ਉਸ ਨੂੰ ਬੋਲਦੇ ਨੇ b, ਅਤੇ ਜੋ ਇਕੱਲਾ ਬੈਠਾ ਹੁੰਦਾ ਉਹ ਹੁੰਦਾ ਜੀ c। ਯਾਨੀ ਕਿ ਪਹਿਲੀ ਸਮੀਕਰਨ ਦੇ ਵਿੱਚ, ਜਿਹੜੀ ਮੈਂ ਇੱਥੇ ਪਹਿਲੀ ਸਮੀਕਰਨ ਲਿਖ ਰਿਹਾ ਤੁਹਾਡੇ ਕੋਲ, ਆਹ ਵਾਲੀ ਪਹਿਲੀ ਸਮੀਕਰਨ ਦੇ ਵਿੱਚ a ਕੀ ਹੈ ਜੀ, ਪਹਿਲੀ ਸਮੀਕਰਨ ਵਿੱਚ a 1 ਹੈ, b ਮਾਈਨਸ ਦੇ 3 ਹੈ ਅਤੇ c 2 ਹੈ। ਦੂਜੀ ਸਮੀਕਰਨ ਦੇ ਵਿੱਚ ਕੀ ਹੈ ਜੀ, ਆ ਰਹੀ ਸਾਡੀ ਦੂਜੀ ਸਮੀਕਰਨ, ਦੂਜੀ ਸਮੀਕਰਨ ਦੇ ਵਿੱਚ ਕੀ ਹੈ, a 1 ਹੈ, b ਮਾਈਨਸ 5 ਹੈ ਅਤੇ c ਕਿੰਨਾ ਹੈ, ਪਲੱਸ ਦੇ 6। ਉਸੇ ਤਰੀਕੇ ਨਾਲ ਤੀਜੀ ਸਮੀਕਰਨ ਕੌਣ ਹੈ ਜੀ, ਸਾਡੀ ਆਵਲੀ, ਇਸ ਦੇ ਵਿੱਚ a ਕਿੰਨਾ ਹੈ, 2 ਹੈ, b ਕਿੰਨਾ ਹੈ, ਮਾਈਨਸ ਦੇ 7 ਹੈ ਅਤੇ c ਕਿੰਨਾ ਹੈ, 6 ਹੈ। ਤਾਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਸਮਝ ਲੱਗ ਗਈਆਂ ਹੋਣਗੀਆਂ ਕਿ a b c ਕਿਵੇਂ ਲੱਭਣਾ ਹੈ, ਠੀਕ ਹੈ ਜੀ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਇਸ ਤੋਂ ਬਾਅਦ ਦਾ ਕੰਮ ਅਸੀਂ ਕਿਵੇਂ ਕਰਨਾ ਹੈ। ਹਾਂਜੀ, ਇਸ ਤੋਂ ਬਾਅਦ ਦਾ ਕੰਮ ਅਸੀਂ ਕਿਵੇਂ ਕਰਨਾ ਹੈ, ਦੇਖੋ ਜਦੋਂ ਵੀ ਤੁਹਾਨੂੰ ਪਤਾ ਲੱਗ ਜਾਏ a b ਅਤੇ c ਕੌਣ ਕੌਣ ਹੈ, ਉਸ ਤੋਂ ਬਾਅਦ ਇੱਕ ਫਾਰਮੂਲਾ ਜਿਹੜਾ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਉਸ ਫਾਰਮੂਲੇ ਨੂੰ ਬੋਲਦੇ ਨੇ ਡਿਸਕ੍ਰਿਮੀਨੈਂਟ ਫਾਰਮੂਲਾ। ਅਤੇ ਉਹ ਡਿਸਕ੍ਰਿਮੀਨੈਂਟ ਫਾਰਮੂਲਾ ਕੀ ਹੁੰਦਾ ਹੈ, b ਦੀ ਘਾਤ 2 ਕਰਨੀ ਹੈ, 4 ਦੀ ਗੁਣਾ a ਨਾਲ ਅਤੇ c ਨਾਲ ਕਰਨੀ ਹੈ। ਇਹ ਵਾਲਾ ਫਾਰਮੂਲਾ ਹੈ ਜੀ। ਇਸ ਫਾਰਮੂਲੇ ਨੂੰ ਕਿਹੜਾ ਫਾਰਮੂਲਾ ਬੋਲਦੇ ਨੇ, ਡਿਸਕ੍ਰਿਮੀਨੈਂਟ ਦਾ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਕਿਸ ਕੰਮ ਆਉਂਦਾ ਹੈ
ਕਿਸੇ ਵੀ ਕੁਆਡਰੈਟਿਕ ਪੋਲੀਨੋਮੀਅਲ ਦੀਆਂ ਜ਼ੀਰੋਜ਼ ਕੱਢਣ ਦੇ ਕੰਮ ਆਉਂਦਾ ਹੈ। ਠੀਕ ਹੈ ਜੀ। ਜਦੋਂ ਤੁਸੀਂ ABC ਕੱਢ ਲਓਗੇ ਤਾਂ ਉਹ ਡਿਸਕ੍ਰਿਮੀਨੈਂਟ ਕੱਢ ਲੈਣਾ ਹੈ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਕੀ ਹੈ? B ਦੀ ਘਾਤ 2 ਮਾਈਨਸ 4 ਗੁਣਾ A ਗੁਣਾ C। ਠੀਕ ਹੈ ਜੀ। ਤਾਂ ਇੱਥੇ ਡਿਸਕ੍ਰਿਮੀਨੈਂਟ ਫਾਰਮੂਲਾ ਕਹਿੰਦਾ ਕੀ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ। ਹਾਂਜੀ, ਇਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ। ਦੇਖੋ ਆਪਾਂ ਇੱਥੇ ਡਾਟਾ ਪਹਿਲਾਂ ਇਰੇਜ਼ ਕਰ ਲੈਂਦੇ ਹਾਂ। ਦੇਖੋ ਜਿਵੇਂ ਮੰਨ ਲਓ ਤੁਹਾਡੇ ਕੋਲ x ਦੀ ਘਾਤ 2 ਮਾਈਨਸ 5x ਜਮਾ 6 ਬਰਾਬਰ 0 ਹੋਵੇ। ਆਪਾਂ ਪੈਨ ਦਾ ਰੰਗ ਹੀ ਬਦਲ ਲੈਂਦੇ ਹਾਂ ਜੀ। ਜਿਵੇਂ x ਦੀ ਘਾਤ 2 ਮਾਈਨਸ 5x ਜਮਾ 6 ਬਰਾਬਰ 0 ਹੋਏ ਤਾਂ ਅਸੀਂ ਇੱਥੇ ਸਭ ਤੋਂ ਪਹਿਲਾਂ ਕੰਮ ਕੀ ਕਰਾਂਗੇ? a ਲੱਭਾਂਗੇ, a 1 ਹੈ। b ਲੱਭਾਂਗੇ, b ਮਾਈਨਸ ਦੇ 5 ਹੈ। ਅਤੇ c ਲੱਭਾਂਗੇ, ਉਹ ਆ ਜਾਏਗਾ ਜੀ 6। ਉਹ ਸਾਨੂੰ ਪੁੱਛ ਰਿਹਾ ਕਿ ਨੇਚਰ ਆਫ ਜ਼ੀਰੋਜ਼ ਦੱਸਿਆ ਜੇ, ਤਾਂ ਅਸੀਂ ਕਾਹਦਾ ਫਾਰਮੂਲਾ ਲਗਾਵਾਂਗੇ? ਡਿਸਕ੍ਰਿਮੀਨੈਂਟ ਦਾ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਸਾਨੂੰ ਕੀ ਕਹਿੰਦਾ ਹੈ? b ਦੀ ਘਾਤ 2 ਮਾਈਨਸ 4 ਗੁਣਾ a ਗੁਣਾ c, ਜਾਂ ਜਿਵੇਂ ਮੈਂ ਪਹਿਲਾਂ ਲਿਖਿਆ ਸੀ b ਦੀ ਘਾਤ 2 ਮਾਈਨਸ 4 ਗੁਣਾ a ਗੁਣਾ c। ਹੁਣ ਤੁਸੀਂ ਇੱਥੇ ਇਹਨਾਂ ਨੂੰ ਹੱਲ ਕਰਕੇ ਲਿਖੋਗੇ। b ਕਿੰਨਾ ਹੈ ਜੀ? ਮਾਈਨਸ ਦੇ 5। ਯਾਨੀ ਕਿ ਤੁਸੀਂ ਕੀ ਕਰਨਾ ਹੈ? ਮਾਈਨਸ 5 ਦੀ ਘਾਤ 2 ਮਾਈਨਸ 4, ਹੁਣ a ਭਰਾਂਗੇ, ਇੱਥੇ ਭਰਾਂਗੇ c। ਤਾਂ ਮਾਈਨਸ ਦੀ ਘਾਤ 2 ਹੋਵੇ ਉਹ ਵੀ ਪਲੱਸ ਹੋ ਜਾਂਦਾ ਹੈ। 5 ਦੀ ਘਾਤ 2 ਹੋਣ ਦਾ ਮਤਲਬ 5 ਨੂੰ 2 ਵਾਰ ਗੁਣਾ, ਯਾਨੀ ਕਿ 25। ਇੱਥੇ ਆ ਗਿਆ ਜੀ ਮਾਈਨਸ 4 ਦੀ ਗੁਣਾ 1 ਨਾਲ ਹੋ ਗਿਆ 4, ਫਿਰ 4 ਦੀ ਗੁਣਾ 6 ਨਾਲ ਆ ਗਿਆ ਜੀ 24। ਤਾਂ 25 ਮਾਈਨਸ 24 ਕਿੰਨਾ ਹੋ ਗਿਆ ਜੀ? 1। ਠੀਕ ਹੈ ਜੀ। ਹੁਣ ਨੇਚਰ ਆਫ ਰੂਟ ਕਿਵੇਂ ਪਤਾ ਚੱਲਦਾ ਹੈ? D ਅਸੀਂ ਕਹਿੰਦੇ ਹਾਂ ਡਿਸਕ੍ਰਿਮੀਨੈਂਟ ਨੂੰ। D ਕਿਹਨੂੰ ਬੋਲਦੇ ਹਾਂ ਜੀ? ਡਿਸਕ੍ਰਿਮੀਨੈਂਟ ਨੂੰ। ਤਾਂ b ਸਕੁਏਅਰ ਮਾਈਨਸ 4 ਅਸੀਂ ਕਰਕੇ ਜੇਕਰ ਤਾਂ ਉੱਤਰ ਆ ਜਾਏ 0, ਜੇਕਰ ਉੱਤਰ ਆ ਜਾਏ 0 ਤਾਂ ਨੇਚਰ ਆਫ ਰੂਟ ਕੀ ਹੋਏਗਾ? ਵਾਸਤਵਿਕ ਸੰਖਿਆਵਾਂ ਮਿਲਣਗੀਆਂ ਅਤੇ ਸੇਮ ਹੀ ਹੋਣਗੀਆਂ। ਦੋਵੇਂ ਰਕਮਾਂ ਕੀ ਹੋਣਗੀਆਂ? ਬਰਾਬਰ ਹੋਣਗੀਆਂ। ਠੀਕ ਹੈ ਜੀ। ਯਾਨੀ ਕਿ ਜੇਕਰ ਉਸ ਦੀ 1 0 1 ਹੈ ਤਾਂ ਦੂਜੀ ਵੀ 1 ਹੀ ਆਏਗੀ। ਜੇਕਰ 1 0 2 ਹੈ ਤਾਂ ਦੂਜੀ ਵੀ 2 ਹੀ ਆਏਗੀ। ਜੇਕਰ 1 0 10 ਹੈ ਤਾਂ ਦੂਜੀ ਵੀ 10 ਹੀ ਆਏਗੀ। ਇੱਥੇ ਇਹ ਜਿਹੜਾ ਹੈ ਇਸ ਚੀਜ਼ ਦਾ ਮਤਲਬ ਕੱਢਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਜੇਕਰ ਡਿਸਕ੍ਰਿਮੀਨੈਂਟ ਆ ਜਾਏ b ਸਕੁਏਅਰ ਮਾਈਨਸ 4ac 0 ਤੋਂ ਵੱਡਾ, ਯਾਨੀ ਕਿ ਕੋਈ ਵੀ ਪਲੱਸ ਵਾਲੀ ਸੰਖਿਆ ਆ ਜਾਏ, 1 2 3 4 5 6, ਇਸ ਤਰੀਕੇ ਨਾਲ ਕੋਈ ਵੀ ਸੰਖਿਆ ਆ ਜਾਏ। ਕੀ ਦੱਸਿਆ ਹੈ ਜੀ ਮੈਂ? b ਦੀ ਘਾਤ 2 ਮਾਈਨਸ 4ac ਕਰਕੇ ਕੋਈ ਵੀ ਨੰਬਰ ਅਗਰ 0 ਤੋਂ ਵੱਡਾ ਆ ਜਾਏ, 0 ਤੋਂ ਵੱਡਾ ਆ ਜਾਏ, ਤਾਂ ਜਿਹੜੇ ਨੇਚਰ ਆਫ ਰੂਟ ਹੈ, ਯਾਨੀ ਕਿ ਜੋ ਰੂਟਸ ਦੀ ਪ੍ਰਕਿਰਤੀ ਹੈ, ਜ਼ੀਰੋਆਂ ਦੀ ਪ੍ਰਕਿਰਤੀ ਹੈ, ਉਹ ਕੀ ਹੋਏਗੀ? ਵਾਸਤਵਿਕਤਾ ਹੋਵੇਗੀ। ਅਤੇ ਦੋਵੇਂ ਉਸ ਦੀਆਂ ਜੋ ਰੂਟ ਹੋਣਗੀਆਂ, ਜ਼ੀਰੋ ਹੋਣਗੀਆਂ, ਉਹ ਬਰਾਬਰ ਨਹੀਂ ਹੋਣਗੀਆਂ। ਉਹ ਕੀ ਹੋਣਗੀਆਂ? ਦੋਨੋਂ ਅਲੱਗ ਅਲੱਗ ਹੋਣਗੀਆਂ। ਠੀਕ ਹੈ ਜੀ। ਤਾਂ ਤੁਸੀਂ ਕੀ ਚੀਜ਼ ਸਿੱਖੀ? ਕਿ ਡਿਸਕ੍ਰਿਮੀਨੈਂਟ ਕੱਢ ਕੇ b ਦੀ ਘਾਤ 2 ਮਾਈਨਸ 4ac ਕਰਕੇ ਜੇਕਰ ਤਾਂ 0 ਆ ਗਿਆ ਤਾਂ ਵਾਸਤਵਿਕਤਾ ਹੋਣਗੀਆਂ, ਪਰ ਕੀ ਹੋਣਗੀਆਂ? ਬਰਾਬਰ ਹੋਣਗੀਆਂ। ਪਰ ਜੇਕਰ b ਦੀ ਘਾਤ 2 ਮਾਈਨਸ 4ac ਕਰਕੇ ਉੱਤਰ ਤੁਹਾਡਾ 0 ਤੋਂ ਵੱਡਾ ਆ ਜਾਏ ਤਾਂ ਵਾਸਤਵਿਕਤਾ ਹੋਣਗੀਆਂ ਅਤੇ ਨਾਲ ਹੀ ਉਹ ਅਲੱਗ-ਅਲੱਗ ਹੋ ਜਾਣਗੀਆਂ। ਠੀਕ ਹੈ ਜੀ। ਅਤੇ ਜੇਕਰ b ਦੀ ਘਾਤ 2 ਮਾਈਨਸ 4ac ਕਰਕੇ ਉਹ 0 ਤੋਂ ਛੋਟਾ ਆ ਜਾਏ, ਯਾਨੀ ਕਿ ਰਕਮਾਂ ਕਾਸ ਦੇ ਵਿੱਚ ਆ ਜਾਣ, ਉੱਤਰ ਕੀ ਆ ਜਾਏ? ਮਾਈਨਸ ਦੇ ਵਿੱਚ, ਤਾਂ ਤੁਸੀਂ ਕੀ ਲਿਖਣਾ ਹੈ? ਜਿਹੜੀਆਂ ਇਸ ਦੀਆਂ ਜ਼ੀਰੋਆਂ ਨੇ ਉਹ ਵਾਸਤਵਿਕ ਨਹੀਂ ਹੋਣਗੀਆਂ। ਠੀਕ ਹੈ ਜੀ। ਤਾਂ ਉੱਤਰ ਕੀ ਹੋ ਜਾਏਗਾ? ਸੰਖਿਆਵਾਂ ਵਾਸਤਵਿਕ ਨਹੀਂ ਹੋਣਗੀਆਂ। ਤਾਂ ਆਓ ਮੈਂ ਤੁਹਾਨੂੰ ਇੱਥੇ ਫਿਰ ਇਸ ਚੀਜ਼ ਨੂੰ ਦੁਬਾਰਾ ਸਮਝਾ ਦਿੰਦਾ ਕਿ D ਦਾ ਜੋ ਫਾਰਮੂਲਾ ਹੈ ਉਹ ਹੈ b ਦੀ ਘਾਤ 2 ਮਾਈਨਸ 4ac। ਜੇਕਰ ਇਹ 0 ਆ ਜਾਏ ਤਾਂ ਸੰਖਿਆਵਾਂ ਕੀ ਹੋਣਗੀਆਂ? ਰੀਅਲ ਨੰਬਰ ਹੋਣਗੀਆਂ ਐਂਡ ਇਕੁਅਲ ਹੋਣਗੀਆਂ, ਯਾਨੀ ਕਿ ਉਹ ਬਰਾਬਰ ਹੋਣਗੀਆਂ। ਜੇਕਰ b ਦੀ ਘਾਤ 2 ਮਾਈਨਸ 4ac 0 ਤੋਂ ਵੱਡਾ ਆ ਜਾਏ ਤਾਂ ਜਿਹੜੀਆਂ ਉਸ ਦੀਆਂ ਜ਼ੀਰੋਜ਼ ਨੇ ਉਹ ਰੀਅਲ ਨੰਬਰ ਤਾਂ ਹੋਣਗੀਆਂ ਐਂਡ ਡਿਸਟਿੰਕਟ ਹੋਣਗੀਆਂ, ਯਾਨੀ ਕਿ ਅਗਰ ਅਸੀਂ ਪੰਜਾਬੀ ਵਿੱਚ ਗੱਲ ਕਰੀਏ ਤਾਂ ਅਲੱਗ-ਅਲੱਗ ਹੋਣਗੀਆਂ। ਅਤੇ ਜੇਕਰ b ਦੀ ਘਾਤ 2 ਮਾਈਨਸ 4ac ਕਰਕੇ ਉੱਤਰ 0 ਤੋਂ ਛੋਟਾ ਆ ਜਾਏ ਤਾਂ ਕੀ ਹੋਏਗਾ? ਨੋਟ ਰੀਅਲ ਨੰਬਰ ਆਏਗਾ। ਠੀਕ ਹੈ ਜੀ। ਯਾਨੀ ਕਿ ਹੁਣ ਤੁਹਾਨੂੰ ਜੇਕਰ ਇੱਕ ਪ੍ਰਸ਼ਨ ਪੁੱਛ ਲਿਆ ਜਾਏ ਕਿ ਇੱਕ ਕੁਆਡਰੈਟਿਕ ਪੋਲੀਨੋਮੀਅਲ ਕੋਲ
ਵਾਸਤਵਿਕ ਸੰਖਿਆਵਾਂ ਕਦੋਂ ਹੋਣਗੀਆਂ? ਤਾਂ ਦੇਖੋ, ਵਾਸਤਵਿਕ ਮਾਨੇ ਰੀਅਲ ਨੰਬਰ, ਤਾਂ ਰੀਅਲ ਨੰਬਰ ਤਾਂ ਇੱਥੇ ਵੀ ਹੋ ਰਿਹਾ ਤੇ ਇੱਥੇ ਵੀ ਹੋ ਰਿਹਾ। ਤਾਂ ਰੀਅਲ ਨੰਬਰ ਹੋਣ ਲਈ ਡੀ ਨੂੰ ਕੀ ਹੋਣਾ ਪਏਗਾ? b ਦੀ ਘਾਤ 2 ਮਾਈਨਸ 4ac, 0 ਤੋਂ ਵੱਡਾ ਵੀ ਹੋ ਸਕਦਾ ਹੈ ਤੇ 0 ਦੇ ਬਰਾਬਰ ਵੀ ਹੋ ਸਕਦਾ ਹੈ। ਤਾਂ ਉੱਥੇ ਜੋ ਤੁਸੀਂ ਆਪਸ਼ਨ ਲਗਾਣੀ ਹੈ ਆਹ ਵਾਲੀ ਲਗਾਣੀ ਹੈ ਕਿ 0 ਤੋਂ ਵੱਡਾ ਵੀ ਅਤੇ 0 ਦੇ ਬਰਾਬਰ ਵੀ ਹੋ ਸਕਦਾ ਹੈ। ਤਾਂ ਸੰਖਿਆਵਾਂ ਕੀ ਮਿਲਣਗੀਆਂ? ਹਰ ਵਾਰ ਵਾਸਤਵਿਕ ਮਿਲਣਗੀਆਂ, ਜਾਂ ਅੰਗਰੇਜ਼ੀ ਵਿੱਚ ਅਸੀਂ ਕਹੀਏ ਤਾਂ ਰੀਅਲ ਨੰਬਰ ਮਿਲਣਗੀਆਂ। ਠੀਕ ਹੈ ਜੀ। ਆਓ ਹੁਣ ਆਪਾਂ ਇੱਥੇ ਇੱਕ ਪ੍ਰਸ਼ਨ ਕਰਕੇ ਦੇਖਦੇ ਹਾਂ। ਜਿਵੇਂ ਮੰਨ ਲਓ ਤੁਹਾਡੇ ਸਾਹਮਣੇ ਇੱਕ ਪ੍ਰਸ਼ਨ ਆ ਜਾਏ, x ਦੀ ਘਾਤ 2 ਜਮਾ x ਜਮਾ 1 ਬਰਾਬਰ 0। ਪੁੱਛ ਲਿਆ ਜਾਏ ਕਿ ਨੇਚਰ ਆਫ ਰੂਟ ਕੀ ਹੈ। ਤਾਂ ਅਸੀਂ ਕੀ ਕਰਾਂਗੇ? ਪਹਿਲਾਂ a ਕੱਢਾਂਗੇ, ਫਿਰ ਅਸੀਂ b ਕੱਢਾਂਗੇ, ਫਿਰ ਅਸੀਂ c ਕੱਢਾਂਗੇ। ਇੱਥੇ a ਵੀ ਇੱਕ ਹੈ, b ਵੀ ਇੱਕ ਹੈ, c ਵੀ ਇੱਕ ਹੈ। ਹੁਣ ਅਸੀਂ d ਕੱਢਾਂਗੇ। d ਕੀ ਹੁੰਦਾ? b ਦੀ ਘਾਤ 2 ਮਾਈਨਸ 4ac, b ਦੀ ਘਾਤ 2 ਕਰਾਂਗੇ ਯਾਨੀ ਕਿ 1 ਦੀ ਘਾਤ 2 ਮਾਈਨਸ 4, a ਭਰ ਲਿਆ ਜੀ, c ਭਰ ਲਿਆ। ਕੀ ਹੋ ਜਾਏਗਾ? 1 ਦੀ ਘਾਤ 2 ਯਾਨੀ ਕਿ 1, 4 ਦੀ ਗੁਣਾ 1 ਨਾਲ 4, ਫਿਰ 4 ਦੀ ਗੁਣਾ 1 ਨਾਲ 4, ਤਾਂ ਕੀ ਆ ਜਾਏਗਾ ਜੀ? ਇਹ ਮਾਈਨਸ ਦੇ 3, ਯਾਨੀ ਕਿ 0 ਤੋਂ ਛੋਟਾ ਹੈ, ਯਾਨੀ ਕਿ ਰੀਅਲ ਨੰਬਰ ਨਹੀਂ ਹੋਣਗੇ, ਯਾਨੀ ਕਿ ਨੋਟ ਰੀਅਲ ਨੰਬਰ। ਠੀਕ ਹੈ ਜੀ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਝ ਲੱਗ ਗਈਆਂ ਹੋਣਗੀਆਂ। ਠੀਕ ਹੈ ਜੀ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਲੱਗ ਗਈਆਂ ਹੋਣਗੀਆਂ। ਹੁਣ ਅਸੀਂ ਕੁਆਡਰੈਟਿਕ ਇਕੁਏਸ਼ਨ ਦੇ ਉੱਪਰ ਕੁਐਸਚਨ ਵੀ ਕਰਨੇ ਨੇ। ਕੁਆਡਰੈਟਿਕ ਇਕੁਏਸ਼ਨ ਯਾਨੀ ਕਿ ਦੋ ਘਾਤੀ ਸਮੀਕਰਨ ਦਾ ਵੀ ਸਾਡਾ ਸਿਲੇਬਸ ਦੇ ਵਿੱਚ ਜ਼ਿਕਰ ਹੈ, ਤਾਂ ਉਸ ਨੂੰ ਵੀ ਅਸੀਂ ਸਮਝਣਾ ਹੈ। ਤਾਂ ਉਸ ਚੀਜ਼ ਨੂੰ ਅਸੀਂ ਕਿਵੇਂ ਸਮਝਾਂਗੇ, ਉਸ ਦੇ ਉੱਪਰ ਆਪਾਂ ਇੱਕ ਨੈਕਸਟ ਲੈਕਚਰ ਬਣਾਵਾਂਗੇ। ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਇਹ ਕਾਫੀ ਇੰਪੋਰਟੈਂਟ ਨੇ, ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਚੀਜ਼ਾਂ ਸਮਝ ਲੱਗੀਆਂ ਹੋਣਗੀਆਂ। ਜੇਕਰ ਇਹ ਸਾਰਾ ਕੁਝ ਸਮਝ ਕੇ ਤੁਹਾਨੂੰ ਵਧੀਆ ਲੱਗਿਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਤੇ ਸਾਡਾ ਟੈਲੀਗ੍ਰਾਮ ਚੈਨਲ ਹੈ, ਟੈਲੀਗ੍ਰਾਮ ਚੈਨਲ 'ਤੇ ਵੀ ਜਾ ਕੇ ਜ਼ਰੂਰ ਸਾਡੇ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰੋ। ਕਿਸੇ ਵੀ ਤਰ੍ਹਾਂ ਦਾ ਸੁਝਾਅ ਹੋਵੇ ਤੁਸੀਂ ਟੈਲੀਗ੍ਰਾਮ 'ਤੇ ਵੀ ਦੇ ਸਕਦੇ ਹੋ। ਕੋਈ ਵੀ ਸੁਝਾਅ ਹੋਵੇ ਤੁਸੀਂ ਕਮੈਂਟ ਬਾਕਸ 'ਚ ਵੀ ਦੱਸ ਸਕਦੇ ਹੋ। ਫੀਡਬੈਕ ਦੇ ਲਈ ਕਮੈਂਟ ਬਾਕਸ ਹਮੇਸ਼ਾ ਹੀ ਖੁੱਲ੍ਹੇ ਨੇ। ਸੋ ਇੱਕ ਚੰਗੀ ਸ਼ਬਦਾਵਲੀ ਦੇ ਨਾਲ ਤੁਸੀਂ ਕੋਈ ਵੀ ਫੀਡਬੈਕ ਦੇਣਾ ਚਾਹੋ ਤੁਸੀਂ ਦੇ ਸਕਦੇ ਹੋ, ਔਰ ਹਰ ਇੱਕ ਫੀਡਬੈਕ ਤੁਹਾਡਾ ਵੇਖਿਆ ਜਾਏਗਾ ਔਰ ਤੁਹਾਨੂੰ ਰਿਪਲਾਈ ਵੀ ਕੀਤਾ ਜਾਏਗਾ। ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਮਿਲਦੇ ਹਾਂ ਕਿਸੇ ਖਾਸ ਨਵੀਂ ਵੀਡੀਓ ਤੇ ਕਿਸੇ ਨਵੇਂ ਲੈਕਚਰ ਦੇ ਨਾਲ। ਤਦ ਤੱਕ ਖੁਸ਼ ਰਹੋ, ਸਲਾਮਤ ਰਹੋ।